ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਮਾਲੀ ਸਾਹਿਬ। ਸਤਿ ਸ੍ਰੀ ਅਕਾਲ ਸੁਖਵਿੰਦਰ ਜੀ। ਧੰਨਵਾਦ ਮਾਲੀ ਸਾਹਿਬ। ਸਭ ਤੋਂ ਪਹਿਲਾਂ ਅਧਿਆਪਕਾਂ ਦੇ ਮਸਲੇ ਦੇ ਉੱਤੇ ਸਰਕਾਰ ਆਪਣੀ ਪਿੱਠ ਠੋਕ ਰਹੀ ਹੈ ਕਿ ਅਸੀਂ ਸਾਰਾ ਕੁਝ ਕੀਤਾ, ਸਾਡੇ ਵੱਲੋਂ ਕੱਚਿਆਂ ਨੂੰ ਪੱਕਾ ਕੀਤਾ ਜਾਏਗਾ। ਪਰ ਕਈ ਥਾਵਾਂ ਦੇ ਉੱਤੇ ਅਧਿਆਪਕ ਵੀ ਜਿਹੜੇ ਉਹ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਚੁੱਕਦੇ ਨਜ਼ਰ ਆਉਂਦੇ ਨੇ। ਕਿਤੇ ਕਿਤੇ ਵਾਅਦਿਆਂ ਦੀ ਜਿਹੜੀ ਹੈ, ਲਾਰਿਆਂ ਦੀ ਜਿਹੜੀ ਪੰਡ ਹੈ, ਉਹਨੂੰ ਫੂਕਿਆ ਜਾਂਦਾ ਹੈ, ਆਪਣਾ ਰੋਸ ਜਤਾਉਂਦੇ ਨੇ। ਸਵਾਲ ਜਿਹੜਾ ਤੁਸੀਂ ਵੀ ਖੜਾ ਕੀਤਾ ਕਿ ਆਪਣੀ ਕਬਰ ਪੁੱਟੇ ਸਰਕਾਰ, ਜਿਹਦੇ ਵਿੱਚ ਤੁਸੀਂ ਤੰਜ ਕੱਸਦੇ ਹੋ ਬੇਰੁਜ਼ਗਾਰਾਂ ਦੇ ਮਸਲੇ ਨੂੰ ਲੈ ਕੇ, ਉਹਦੇ ਤੋਂ ਕਰਦੇ ਆ। ਦੇਖੋ ਸੁਖਵਿੰਦਰ ਜੀ, ਆਮ ਆਦਮੀ ਪਾਰਟੀ ਨੇ ਦੋ ਤਰਜੀਹਾਂ ਮੁੱਖ ਰੱਖੀਆਂ, ਸਿੱਖਿਆ ਤੇ ਸਿਹਤ। ਇਹ ਗੱਲ ਠੀਕ ਆ ਕਿ ਮਨੁੱਖ ਦੇ ਵਿਕਾਸ ਲਈ ਇਹ ਦੋਹੇ ਗੱਲਾਂ ਨੇ ਜਿਹੜੀਆਂ ਉਹਦੇ ਮਾਨਸਿਕ ਸਰੀਰਕ ਵਿਕਾਸ ਲਈ ਸਿੱਖਿਆ ਤੇ ਸਿਹਤ ਬਹੁਤ ਜ਼ਰੂਰੀ ਆ। ਇਸੇ ਕਰਕੇ ਜਿਹੜਾ ਡਾਕਟਰ ਆ ਉਹਨੂੰ ਰੱਬ ਦਾ ਰੂਪ ਸਮਝਿਆ ਜਾਂਦਾ, ਜਿਹੜਾ ਅਧਿਆਪਕ ਆ ਉਹਨੂੰ ਗੁਰੂ ਸਮਝਿਆ ਜਾਂਦਾ। ਬਹੁਤ ਵੱਡਾ ਸਿਧਾਂਤਕ ਤੌਰ ਤੇ ਮਾਣ ਸਤਿਕਾਰ ਆ ਅਧਿਆਪਕ ਨੂੰ। ਪਰ ਜਿਉਂ ਸਾਡੇ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਿਘਾਰ ਆਏ ਨੇ, ਇਹਨਾਂ ਦੋਨਾਂ ਕਿੱਤਿਆਂ ਦੀਆਂ ਵੀ ਸਮੱਸਿਆਵਾਂ ਨੇ ਜਿਹੜੀਆਂ ਬੜੀਆਂ ਗੰਭੀਰ ਹੋਈਆਂ ਨੇ। ਤੇ ਤੁਸੀਂ ਇਹ ਦੇਖ ਲਓ ਵੀ ਬੱਸਾਂ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਵੀ ਇਹ ਲਿਖਿਆ ਹੁੰਦਾ ਸੀ ਕਿ ਪੈਸੇ ਕਮਾਉਣ ਨੂੰ ਡਾਕਟਰੀ, ਐਸ਼ ਕਰਨ ਨੂੰ ਮਾਸਟਰੀ, ਮੁਫਤ ਦੀ ਲੜਾਈ ਲਈ ਡਰਾਈਵਰੀ ਕੰਡਕਟਰੀ। ਸੋ ਦੋ ਗੱਲਾਂ ਨੇ ਵੱਡੀਆਂ। ਇੱਕ ਤਾਂ ਇਹ ਆ ਵੀ ਇਸ ਖੇਤਰ ਦੇ ਵਿੱਚ ਵੈਸੀ ਜਿਹੜਾ ਨਿਘਾਰ ਆਇਆ, ਦੂਜਾ ਇਹ ਆ ਵੀ ਇਸ ਖੇਤਰ ਦੇ ਵਿੱਚ ਜਿਹੜੀਆਂ ਪਦਾਰਥਕ ਸਹੂਲਤਾਂ ਨੇ ਅਧਿਆਪਕਾਂ ਦੀ ਭਰਤੀ ਦੀ ਗੱਲ ਆ, ਉਹ ਜਿਹੜਾ ਮਸਲਾ ਉਹ ਵੀ ਬਹੁਤ ਵੱਡਾ। ਕਿਉਂਕਿ ਸਿੱਖਿਆ ਸੀ ਜਿਹੜਾ ਸਾਡੇ ਮੁਲਕ ਦੇ ਵਿੱਚ ਰਾਜਾਂ ਦਾ ਵਿਸ਼ਾ ਸੀ। ਐਮਰਜੈਂਸੀ ਦੌਰਾਨ ਸਿੱਖਿਆ ਨੂੰ ਰਾਜਾਂ ਦੀ ਸੂਚੀ ਚੋਂ ਕੱਢ ਕੇ ਸਾਂਝੀ ਸੂਚੀ ਚ ਪਾ ਲਿਆ, ਜਿਹਦਾ ਮਤਲਬ ਇਹ ਆ ਉੱਥੇ ਕੇਂਦਰ ਦਾ ਦਖਲ ਫੈਸਲਾਕੁਨ ਹੋ ਗਿਆ। ਇਹਦੇ ਕਹਾ ਬੜੇ ਗੰਭੀਰ ਨਤੀਜੇ ਨੇ ਜਿਹੜੇ ਉਹ ਹੁਣ ਸਾਡੇ ਸਾਹਮਣੇ ਉੱਭਰ ਕੇ ਆ ਰਹੇ ਨੇ। ਕਿਉਂਕਿ ਜਿਹੜੀ ਸਿੱਖਿਆ ਉਹ ਤੁਹਾਡੇ ਇਤਿਹਾਸ ਨਾਲ, ਤੁਹਾਡੇ ਵਿਰਸੇ ਨਾਲ, ਤੁਹਾਡੀਆਂ ਨੈਤਿਕ ਕਦਰਾਂ ਕੀਮਤਾਂ ਨਾਲ, ਤੁਹਾਡੇ ਭੂਗੋਲਿਕ ਹਾਲਤ ਨਾਲ, ਆਲੇ ਦੁਆਲੇ ਨਾਲ ਜੋੜ ਕੇ ਜਿਹੜੀ ਦਿੱਤੀ ਜਾਂਦੀ ਆ ਮੁੱਢਲੇ ਰੂਪ ਦੇ ਵਿੱਚ, ਉਹ ਬਹੁਤ ਅਹਿਮ ਹੁੰਦੀ ਆ। ਇਸੇ ਵਿੱਚ ਸਿਲੇਬਸ ਤੈਅ ਕਰਨ ਦੀਆਂ ਗੱਲਾਂ ਨੇ ਜਿਹੜੀਆਂ, ਉਹਨਾਂ ਦੀ ਅਹਿਮੀਅਤ ਇਸ ਗੱਲ ਦੇ ਵਿੱਚ ਆਉਂਦੀ ਆ। ਪਿਛਲੇ ਸਮੇਂ ਦੇ ਵਿੱਚ ਜਿਵੇਂ ਵੱਡੀ ਪੱਧਰ ਤੇ ਸਿਲੇਬਸ ਬਦਲੇ ਗਏ ਨੇ, ਜਿਹੜੇ ਰੌਲੇ ਪੈ ਰਹੇ ਨੇ ਵੀ ਪੰਜਾਬ ਦਾ ਇਤਿਹਾਸ, ਗੁਰੂਆਂ ਦਾ ਇਤਿਹਾਸ, ਇਹ ਕੁਝ ਬਦਲ ਦਿੱਤਾ ਗਿਆ, ਉਹਦਾ ਕਾਰਨ ਇਹੀ ਆ ਕਿ ਇਹ ਸਾਰੀਆਂ ਜਿਹੜੀਆਂ ਗਾਈਡਲਾਈਨਾਂ ਨੇ, ਸਿੱਧਾਂ ਨੇ, ਸਾਰੀਆਂ ਕੇਂਦਰ ਦੇ ਕੋਲੇ ਚਲੀਆਂ ਗਈਆਂ। ਸਿਲੇਬਸ ਕਿਵੇਂ ਤੈਅ ਕੀਤਾ ਜਾਣਾ, ਉਹਦੇ ਵਿੱਚ ਜਿਹੜਾ ਇੱਕ ਦੇਸ਼ ਇੱਕ ਭਾਸ਼ਾ, ਉਹੀ ਸਿੱਖਿਆ ਦੇ ਵਿੱਚ ਵੀ ਆ ਗਿਆ ਵੀ ਇੱਕ ਦੇਸ਼ ਇੱਕੋ ਜਿਹੀ ਸਿੱਖਿਆ, ਇੱਕੋ ਜਿਹੀ ਸਕੂਲਾਂ ਦੀ ਬਣਤਰ, ਇੱਕੋ ਜਿਹੀ ਯੂਨੀਵਰਸਿਟੀਆਂ ਦੀ ਬਣਤਰ, ਇੱਕ ਸਾਰ ਪੈਂਤੜਾ ਲਿਆਉਣ ਨਾਲ ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਹੋ ਗਈਆਂ। ਇਹ ਇੱਕ ਵੱਖਰਾ ਕੁਐਸਚਨ ਹੈ। ਪਰ ਜਿਹੜਾ ਦੂਜਾ ਸਵਾਲ ਆ, ਜਦੋਂ ਅਸੀਂ ਅਧਿਆਪਕ ਦਿਵਸ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਇਹੀ ਗੱਲ ਆ ਕਿ ਅਧਿਆਪਕ ਸਭ ਤੋਂ ਪਹਿਲਾਂ ਖੁਦ ਅਧਿਆਪਕ ਬਣੇ। ਵੱਡੀ ਗੱਲ ਇਹ ਆ, ਹੁਣ ਵੀ ਤੁਸੀਂ ਦੇਖੋ, ਕੱਲ ਸੋਸ਼ਲ ਮੀਡੀਆ ਤੇ ਦੇਖਿਓ, ਹੋਰੋਂ ਥਾਂ ਤੇ ਦੇਖਿਓ ਕਿ ਕਿੰਨੀ ਥਾਂ ਤੇ ਕਿਹਾ ਜਾ ਰਿਹਾ ਵੀ ਅਧਿਆਪਕ ਨੇ ਆਪ ਪੜ੍ਹਨਾ ਛੱਡਤਾ, ਅਧਿਆਪਕ ਖੁਦੇ ਅਨਪੜ੍ਹ ਹੁੰਦਾ ਜਾ ਰਿਹਾ। ਕਿਉਂਕਿ ਇੱਕ ਤਾਂ ਜਿਹੜਾ ਜਦੋਂ ਸੂਚਨਾ ਦਾ ਵਿਸਫੋਟ ਹੋਇਆ ਨਾ ਜੀ, ਉਹਦੇ ਨਾਲ ਸਿੱਖਿਆ ਦੀ ਪਰਿਭਾਸ਼ਾ ਤੇ ਮੰਤਵ ਬਦਲ ਗਿਆ। ਇੱਕ ਵੇਲਾ ਇਹ ਸੀ ਜਦੋਂ ਪੜ੍ਹਾਈ ਦਾ ਤਰੀਕਾ ਇਹ ਹੁੰਦਾ ਸੀ ਜਿਹਨੂੰ ਕਹਿੰਦੇ ਸੀ ਟੂ ਪੋਸ਼ਨ, ਵੀ ਅਧਿਆਪਕ ਕੋਲੇ ਜਿੰਨੀ ਵੀ ਅਕਲ ਆ ਉਹ ਵਿਦਿਆਰਥੀ ਦੇ ਦਿਮਾਗ 'ਚ ਤੁੰਨ ਦੋ, ਤੇ ਉਹਦਾ ਮਕਸਦ ਸੀ ਬੱਚਿਆਂ ਨੂੰ ਗਿਆਨਵਾਨ ਬਣਾਉਣਾ। ਇਹ ਸੂਚਨਾ ਦੇ ਵਿਸਫੋਟ ਨਾਲ ਇੱਕ ਵੱਡੀ ਤਬਦੀਲੀ ਆ ਗਈ। ਹੁਣ ਇਹਦਾ ਮੰਤਵ ਬਦਲ ਗਿਆ। ਮਤਲਬ ਸਿੱਖਿਆ ਦਾ ਮੰਤਵ ਕੀ ਬਣ ਗਿਆ? ਟੂ ਚੇਂਜ ਦਾ ਬਿਹੇਵੀਅਰ ਆਫ ਏ ਸਟੂਡੈਂਟ। ਬੱਚੇ ਦੇ ਵਿਵਹਾਰ 'ਚ ਤਬਦੀਲੀ ਕਰਨੀ ਆ, ਇਹਦਾ ਇਹ ਮਕਸਦ ਬਣ ਗਿਆ ਗਿਆਨਵਾਨ ਬਣਾਉਣ ਦੇ ਨਾਲ, ਜਿਹੜੇ ਆਪਾਂ ਕਹਿੰਦੇ ਸੀ। ਦੂਜਾ ਜਿਹੜਾ ਪੜ੍ਹਾਈ ਦਾ ਤਰੀਕਾ, ਉਹ ਜਿਹੜਾ ਤੂੰ ਪੜ੍ਹ ਮੈਥਡ, ਬਾਕੀ ਗੱਲਾਂ ਨੇ, ਉਹਦੇ ਵਿੱਚੋਂ ਆ ਗਿਆ ਟੂ ਕ੍ਰੀਏਟ ਇੰਟਰਸਟ ਆਫ ਏ ਸਟੂਡੈਂਟ ਇਨ ਦਾ ਸਟੱਡੀ। ਬੱਚੇ ਦੀ ਪੜ੍ਹਾਈ ਦੇ ਵਿੱਚ ਦਿਲਚਸਪੀ ਪੈਦਾ ਕਰਨੀ ਆ। ਇਸੇ ਕਰਕੇ ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਸਹਿ ਕਿਰਿਆਵਾਂ ਨੇ,
मतलब खेडते हुए सीखना, होर तरीके जिन्हां दे कई बार मखौल भी उड़ाए जाते हैं, वो सिक्ख्या दे विच दाखिल करने बहुत जरूरी हो गए। कागजां 'ਚ तय हो गया, अमली तौर पर नहीं होया, जिहदे करके एक तो केंद्री विशा बन गया है, दूजा पढ़ाई का जिहड़ा मंतव ते मैथड आ उहदे विच लोड़ींदियां तब्दीलियां होई, ट्रेनिंग नहीं हो रही, जिहदे करके साडे अध्यापक इंग्लैंड जाणगे, साडे अध्यापक दिल्ली जाणगे, इहदे नाल गल्लां सौरन वालीआं नहीं। सानू साडी ठोस हालत दे विच बहुत कुछ बदलण दी लोड़ आ। इन्हां मुद्दिआं नूं तां अध्यापक दिवस मौके कोई संबोधन नहीं होया। संबोधन की होया कि अध्यापकां दीआं नौकरियां पक्कीआं करनियां, उन्हां नूं सहूलतां देणीआं, क्योंकि साडे भी जिहड़े अध्यापक यूनीयनां ने, जिहड़े अध्यापक ने, उन्हां दा काम भी इत्थे फोकस हो गया, नियुक्तियां, बदलियां, तरक्कीआं ते नवीआं भर्ती, जिहड़े बेरोजगार ने। ਇਹ ਹਿੱਸੇ ਦੇ ਵਿੱਚ ਵੀ ਬਹੁਤ ਮਾੜਾ ਹਾਲ ਆ ਪੰਜਾਬ ਦਾ। ਤੁਹਾਡੇ ਚੈਨਲ ਤੇ ਡਾਕਟਰ ਗਰਗ ਸਾਹਿਬ ਬਹੁਤ ਵਾਰ ਡਿਟੇਲ ਦੇ ਵਿੱਚ ਬੋਲੇ ਨੇ ਕਿ ਅਧਿਆਪਕ ਤੇ ਵਿਦਿਆਰਥੀ ਦੀ ਰੇਸ਼ੋ ਕੀ ਆ ਤੈਅ ਨੈਸ਼ਨਲ ਲੈਵਲ ਤੇ, ਪਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਰੇਸ਼ੋ ਆ ਜਿਹੜੀ ਬਹੁਤ ਘੱਟ ਆ। ਕਿੱਥੇ 1:30 ਜਾਂ 1:40 ਹੋਣੀ ਚਾਹੀਦੀ ਆ, ਕਿੱਥੇ ਹੁਣ 1:19 ਤੇ 1:21 ਤੇ ਖੜੀ ਆ। ਤੇ ਦੂਜੇ ਪਾਸੇ ਤੁਸੀਂ ਕਿਵੇਂ ਫਿਰ ਅਧਿਆਪਕ ਭਰਤੀ ਕਿਵੇਂ ਕਰੀ ਜਾਓਗੇ ਜਦੋਂ ਵਿਦਿਆਰਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਸੇ ਤਰ੍ਹਾਂ ਜਿਹੜਾ ਇਹ ਐਲਾਨ ਕੀਤਾ ਕਿ ਇੰਨੇ ਦੇ ਅਧਿਆਪਕਾਂ ਨੂੰ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਗੱਲ ਕੀਤੀ ਆ, ਪਰ ਉਹਨਾਂ ਦੀਆਂ ਕੈਟਾਗਰੀਆਂ ਹੋਰ ਨੇ। 5000 ਇੱਕ ਹੋਰ ਕੈਟਾਗਰੀ 'ਚ ਨੇ, 1800 ਇੱਕ ਹੋਰ ਕੈਟਾਗਰੀ 'ਚ ਨੇ। ਦੂਜੀ ਗੱਲ ਜਿਹੜੀ ਕੀਤੀ ਆ, ਯੂਨੀਵਰਸਿਟੀਆਂ ਕਾਲਜਾਂ ਦੇ ਲੈਕਚਰਾਰਾਂ ਨੂੰ UGC ਦੇ ਪੇ ਸਕੇਲ ਦੇਣ ਵਾਲੀ ਬਹੁਤ ਲੰਮੇ ਸਮੇਂ ਦੀ ਮੰਗ ਆ। ਇਹ ਹਾਲੇ ਮੈਨੂੰ ਲੱਗਦਾ ਨਾ ਚੰਡੀਗੜ੍ਹ 'ਚ, ਨਾ ਹਰਿਆਣੇ 'ਚ, ਨਾ ਹਿਮਾਚਲ 'ਚ ਲਾਗੂ ਨਹੀਂ ਹੋਈ। ਇਹਨਾਂ ਨੇ ਐਲਾਨ ਕੀਤਾ ਕਿ ਅਸੀਂ 1 ਅਕਤੂਬਰ ਤੋਂ ਇਹ ਲਾਗੂ ਕਰਾਂਗੇ। ਪਰ ਇਦੋਂ ਵੀ ਵੱਡੀ ਗੱਲ ਜ਼ਰੂਰੀ ਇਹ ਆ, ਜਿਹੜੇ ਠੇਕੇ ਤੇ ਭਰਤੀ ਕੀਤੇ ਹੋਏ ਨੇ, ਘੱਟ ਤਨਖਾਹਾਂ ਤੇ ਭਰਤੀ ਕੀਤੇ ਹੋਏ ਨੇ, ਜਿਹੜੇ ਮਾਰਜਨਲ ਆਮ ਘਰਾਂ ਦੇ ਧੀ ਪੁੱਤ ਨੇ, ਉਹਨਾਂ ਵੱਲ ਧਿਆਨ ਦੇ ਕੇ ਉਧਰਲੇ ਪਾਸੇ ਉਹਨਾਂ ਦੀਆਂ ਤਨਖਾਹਾਂ ਵਧਾ ਕੇ ਪੱਕੇ ਕਰਕੇ ਉਧਰ ਵੱਧ ਧਿਆਨ ਦੇਣ ਦੀ ਲੋੜ ਆ। ਸੋ ਇਸ ਮੌਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਅਧਿਆਪਕਾਂ ਨੂੰ ਇੱਕ ਆਰਥਿਕ ਰਹਿਤ ਆ ਜਿਹੜੀ ਉਹ ਦਿੱਤੀ ਆ, ਪਰ ਇਹਦੇ ਵਿੱਚ ਸਿੱਖਿਆ ਦਾ ਨਿਘਾਰ ਕਿਵੇਂ ਆ। ਹੁਣ ਤੁਸੀਂ ਕਾਲਜ ਤਾਂ ਖਾਲੀ ਹੋ ਰਹੇ ਨੇ ਜੀ, BEd ਕਾਲਜ ਬੰਦ ਹੋ ਰਹੇ ਨੇ, ਇੰਜੀਨੀਅਰਿੰਗ ਕਾਲਜ ਬੰਦ ਹੋ ਰਹੇ ਨੇ, ਕਿਉਂਕਿ ਰੁਜ਼ਗਾਰ ਦਾ ਕੋਈ ਮੌਕਾ ਨਹੀਂ ਪੈਦਾ ਹੋ ਰਿਹਾ। ਤੁਸੀਂ ਵੇਖੋ, ਪਟਵਾਰੀ ਭਰਤੀ ਕਰਨੇ ਆ, ਪੁਰਾਣੇ ਪਟਵਾਰੀ ਭਰਤੀ ਕਰ ਲਏ, ਕਲੀਨਿਕ ਖੋਲਣੇ ਆ, ਪੁਰਾਣੇ ਰਿਟਾਇਰ ਡਾਕਟਰ ਆ ਜਿਹੜੇ ਉਹ ਭਰਤੀ ਕਰ ਲਏ। ਹੁਣ ਕਾਲਜਾਂ ਦੇ ਵਿੱਚ 20-25 ਸਾਲ ਦੀ ਭਰਤੀ ਨਹੀਂ ਹੋਈ। ਕਿੰਨੇ ਸਮੇਂ ਤੋਂ ਗੈਸਟ ਫੈਕਲਟੀ ਆ 1158 ਭਰਤੀ ਕੀਤੇ ਸੀ, ਹਾਈ ਕੋਰਟ ਨੇ ਰੱਦ ਕਰਤੇ। ਹੁਣ ਉਹਦੇ ਵਿੱਚ ਉਹਨਾਂ ਸਮੱਸਿਆਵਾਂ ਨੂੰ ਸੰਬੋਧਿਤ ਹੋਣ ਦੀ ਵੀ ਲੋੜ ਆ। ਪਰ ਦੂਜੀ ਗੱਲ ਇਹ ਵੀ ਆ ਨਾ ਵੀ ਕਾਲਜਾਂ 'ਚ ਵਿਦਿਆਰਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਅਗਲਾ ਕਹਿੰਦਾ +2 ਕਰਾਂਗੇ, ਉਦੋਂ ਬਾਅਦ ਇੰਜੀਨੀਅਰਿੰਗ ਕਰਾਂਗੇ ਜਾਂ BA ਕਰਾਂਗੇ, ਮੁੜ ਕੇ ਜਾਣਾ ਤਾਂ ਕੈਨੇਡਾ ਜਾਂ IELTS ਕਰਕੇ। ਇਹ 4 ਸਾਲ ਕਿਉਂ ਖਰਾਬ ਕਰੀਏ? ਫਿਰ ਇਹ ਤਾਂ ਠੀਕ ਆ, ਭਗਵੰਤ ਮਾਨ ਨੇ ਬਠਿੰਡੇ ਬਿਆਨ ਦਿੱਤਾ ਸੀ ਕਿ ਅੰਗਰੇਜ਼ ਇੱਥੇ ਨੌਕਰੀਆਂ ਕਰਨ ਆਉਣਗੇ, ਪਰ ਜਿਹੜੇ ਸਾਡੇ ਬੇਰੁਜ਼ਗਾਰ ਨੇ ਉਹਨਾਂ ਨੂੰ ਸੰਬੋਧਿਤ ਕਿਵੇਂ ਹੋਇਆ ਜਾ ਰਿਹਾ? ਜਿਹੜੀ ਤੁਸੀਂ ਪੋਸਟ ਦੀ ਗੱਲ ਕੀਤੀ ਆ, ਉਹ ਅੱਜ ਮੈਂ ਸਵੇਰੀ ਪਾਈ ਆ। ਉਹ ਸਾਡੇ ਵੇਲੇ ਜਦੋਂ ਅਸੀਂ ਨੌਜਵਾਨ ਹੁੰਦੇ ਸੀ, ਕਾਲਜਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ, ਉਸ ਵੇਲੇ ਵੀ ਇਹੀ ਨਾਰਾ ਸੀ, ਰੱਖ ਜਵਾਨੀ ਬੇਰੁਜ਼ਗਾਰ, ਆਪਣੀ ਕਬਰ ਪੁੱਟੇ ਸਰਕਾਰ। ਸੋ ਅਧਿਆਪਕ ਦਿਵਸ ਆ ਜਿਹੜਾ ਇੱਕ ਰਸਮੀ ਕਾਰਵਾਈ ਆ ਜਿਹੜੀ ਉਹ ਹੋ ਕੇ ਰਹਿ ਗਈ। ਜਿਵੇਂ ਹੁਣ ਹਰ ਇੱਕ ਮੌਕੇ ਆ ਗਿਆ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ, ਗੁਰੂ ਸਾਹਿਬ ਦੇ ਉਹਦੇ ਵਧਾਈਆਂ, ਫਲਾਣੇ ਦਿਵਸ ਦੀਆਂ ਵਧਾਈਆਂ, ਪਰ ਉਹ ਦਿਵਸ ਹੈ ਕੀ? ਉਹਦੀ ਸਾਡੀ ਜ਼ਿੰਦਗੀ ਲਈ ਕੀ ਮਹੱਤਤਾ, ਸਾਡੇ ਸਮਾਜ ਲਈ ਅੱਜ ਉੱਥੋਂ ਕੀ ਪ੍ਰੇਰਨਾ ਲੈਣ ਦੀ ਲੋੜ ਆ? ਇਹ ਪੱਖ ਸਾਰੇ ਪਾਸੇ ਖਤਮ ਹੁੰਦਾ ਜਾ ਰਿਹਾ। ਸਿਰਫ ਜਾਣਕਾਰੀ ਆ ਜਿਹੜੀ, ਉਹਨੂੰ ਸਭ ਕੁਝ ਸਮਝਿਆ ਜਾ ਰਿਹਾ, ਜਦੋਂ ਕਿ ਜਾਣਕਾਰੀ ਹੋਰ ਚੀਜ਼ ਹੁੰਦੀ ਆ, ਅਕਲ ਹੋਰ ਚੀਜ਼ ਹੁੰਦੀ ਆ। ਕਿੰਨੀਆਂ ਜਾਣਕਾਰੀਆਂ ਦਾ ਇਕੱਠਾ ਕਰਕੇ ਉਹਦਾ ਸਿੰਥੇਸਿਸ ਕਰਕੇ ਨਿਚੋੜ ਕੱਢ ਕੇ ਕਿਹੜੀ ਜਾਣਕਾਰੀ ਕਿੱਥੇ ਆ, ਉਹਦਾ ਪ੍ਰਸੰਗ ਕੀ ਸੀ, ਅਕਲ ਫੇਰ ਹਾਸਲ ਕੀਤੀ ਜਾਂਦੀ ਆ। ਇਸ ਪ੍ਰਸੰਗ 'ਚ ਅਸੀਂ ਅਕਲ ਹਾਸਲ ਕਰਨ ਦੀ ਥਾਂ ਅਕਲ ਵਿਹੂਣੇ ਹੋਣ ਵੱਲ ਵੱਧ ਰਹੇ ਹਾਂ। ਜਿਹੜਾ ਸਾਡੀ ਸਿੱਖਿਆ ਨੀਤੀ ਦੇ ਤਹਿਤ ਕਹਿ ਲਓ, ਪੜ੍ਹਾਉਣ ਦੇ ਮੈਥਡਾਂ 'ਚ ਕਹਿ ਲਓ, ਬਹੁਤ ਵੱਡਾ ਨਿਘਾਰ ਆ ਜਿਹੜਾ ਉਹ ਇਹਦੇ ਰਾਹੀਂ ਪ੍ਰਗਟ ਹੋ ਰਿਹਾ। ਜੀ ਸੁਖਵਿੰਦਰ।
ਜਿਸ ਤਰੀਕੇ ਨਾਲ ਮਾਲੀ ਸਾਹਿਬ ਸਿੱਖਿਆ 'ਚ ਨਿਘਾਰ ਸਾਹਮਣੇ ਆ ਰਿਹਾ ਹੈ, ਜਾਂ ਸਰਕਾਰੀ ਜਿਹੜੇ ਅਧਿਆਪਕਾਂ ਦੀ ਭਰਤੀ ਨਾ ਕਰਨ ਦੀ ਥਾਂ ਤੇ ਗੈਸਟ ਫੈਕਲਟੀਆਂ ਨੂੰ ਅੱਗੇ ਲਿਆਉਣਾ, ਤਾਂ ਇਹਦੇ ਨਾਲ ਕਿਤੇ ਇਹ ਤਾਂ ਨਹੀਂ ਕਿ ਪਰਦੇ ਦੇ ਪਿੱਛੇ ਚੱਲਦਾ ਹੋਵੇ ਕਿ ਸਿੱਖਿਆ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ? ਜਿੰਨੀਆਂ ਯੂਨੀਵਰਸਿਟੀਆਂ ਪੰਜਾਬ 'ਚ ਚੱਲਦੀਆਂ, ਸਰਕਾਰੀ ਕਾਲਜ ਚੱਲਦੇ ਨੇ, ਕਿ ਉਹ ਇਹਨਾਂ ਨੂੰ ਸੰਭਾਲਣ, ਕਿਉਂਕਿ ਸਰਕਾਰ ਹੁਣ ਇਹਨਾਂ ਦਾ ਖਰਚਾ ਜਿਹੜਾ ਉਹ ਭਾਰ ਚੁੱਕ ਨਹੀਂ ਸਕਦੀ। ਦੂਜੇ ਬੰਨੇ ਨਾਲੋਂ ਨਾਲ ਇਹ ਵੀ ਆ ਕਿ ਅਧਿਆਪਕਾਂ ਦੀਆਂ ਵੱਧਦੀਆਂ ਮੰਗਾਂ ਵੀ ਕਿਤੇ ਨਾ ਕਿਤੇ ਸਵਾਲ ਖੜੇ ਕਰਦੇ ਆ, ਜਿਵੇਂ ਤੁਸੀਂ ਪਹਿਲੀ ਵਾਰ ਬੋਲੇ ਹੋ ਇਸ ਮਸਲੇ ਤੇ, ਪਰ ਫਿਰ ਵੀ ਸਵਾਲ ਇਹਦੇ ਤੇ ਹੋਰ ਗੰਭੀਰ ਉੱਠਦੇ ਨੇ ਕਿ ਅਧਿਆਪਕ ਸਕੂਲਾਂ ਦੇ ਮਿਆਰ ਨੂੰ ਉੱਚਾ ਕਿਉਂ ਨਹੀਂ ਚੁੱਕ ਸਕੇ, ਜਾਂ ਫਿਰ ਉਹਦਾ ਪ੍ਰਚਾਰ ਨਹੀਂ ਹੋਇਆ। ਤਾਂ ਹੀ ਇਹ ਕਹਿੰਦੇ ਨੇ ਕਿ ਦਿੱਲੀ ਵਾਲਾ ਮਾਡਲ ਪੰਜਾਬ ਨੂੰ ਚਾਹੀਦਾ, ਪੰਜਾਬ ਦਾ ਸਿੱਖਿਆ ਮਾਡਲ ਉਸ ਤਰੀਕੇ ਦਾ ਨਹੀਂ ਹੈਗਾ ਜਿਵੇਂ ਦਾ ਦਿੱਲੀ ਦਾ ਆ। ਨਹੀਂ, ਸਵਾਲ ਤੁਹਾਡਾ ਬਹੁਤ ਠੀਕ ਆ, ਪ੍ਰਸੰਗਿਕ ਆ ਸੁਖਵਿੰਦਰ ਜੀ। ਅਸਲ 'ਚ ਅਧਿਆਪਕ ਨੇ ਤੇ ਕਾਲਜਾਂ ਦੇ ਪ੍ਰੋਫੈਸਰਾਂ ਨੇ ਜਿਹੜੇ ਉਹਨਾਂ ਦਾ ਸਿੱਖਿਆ ਦਾ ਮਹਿਕਮਾ, ਉਹਨੂੰ ਬਿਹਤਰ ਕਿਵੇਂ ਬਣਾਇਆ ਜਾਵੇ, ਉਹਨੂੰ ਹੋਰ ਵੱਧ ਤੋਂ ਵੱਧ ਸਸਤਾ ਕਿਵੇਂ ਬਣਾਇਆ ਜਾਵੇ, ਸਾਰਥਕ ਕਿਵੇਂ ਬਣਾਇਆ ਜਾਵੇ, ਇਸ ਪਾਸੇ ਧਿਆਨ ਦੇਣ ਦੀ ਥਾਂ ਇਹ ਸਿਰਫ ਆਪਦੇ ਗ੍ਰੇਡਾਂ ਤਰੱਕੀਆਂ ਤੱਕ ਸੀਮਿਤ ਹੋ ਕੇ ਰਹਿ ਗਏ। ਤੇ ਸਰਕਾਰ ਨੂੰ ਪਤਾ ਲੱਗ ਗਿਆ ਇਹਨਾਂ ਦੀ ਕੁੰਡੀ ਦਾ, ਕਦੇ ਇਸ ਮਸਲੇ ਨੂੰ ਵਿਚਾਰਿਆ ਨਹੀਂ ਗਿਆ ਅੱਜ ਤੱਕ ਕਿ ਸਿੱਖਿਆ ਰਾਜਾਂ ਤੋਂ ਕਿਉਂ ਖੋਲਿਆ। ਜਿਵੇਂ ਖੇਤੀ ਕਿਸਾਨਾਂ ਨੇ ਅੰਦੋਲਨ ਲੜਿਆ ਨਾ ਜੀ, ਵੀ ਖੇਤੀ ਬਾਰੇ ਤੁਹਾਨੂੰ ਕਾਨੂੰਨ ਬਣਾਉਣ ਦਾ ਹੱਕ ਨਹੀਂ, ਇਹ ਰਾਜਾਂ ਦਾ ਅਧਿਕਾਰ ਆ। ਕੋਈ ਵੀ ਖੱਬੇ ਪੱਖੀ ਸੱਜੇ ਪੱਖੀ ਅਧਿਆਪਕ ਯੂਨੀਅਨ, ਵਿਦਿਆਰਥੀ ਜਥੇਬੰਦੀ ਇਸ ਪਾਸੇ ਤੁਰੇ ਨਹੀਂ ਰਹੀ ਕਿ ਇਹ ਫੈਡਰਲ ਢਾਂਚਾ ਜਿਹੜਾ ਇਹਦੇ ਵਿੱਚ ਤੁਸੀਂ ਹੱਕ ਖੋਹਿਆ ਜਿਹੜਾ ਰਾਜਾਂ ਦਾ, ਉਹ ਰਾਜਾਂ ਨੂੰ ਉਹਦਾ ਅਧਿਕਾਰ ਦਿੱਤਾ ਜਾਵੇ। ਅਧਿਕਾਰ ਖੋ ਕੇ ਫਿਰ ਕੇਂਦਰ ਨੇ ਕੀ ਕੀਤਾ, ਉਹੀ ਤਨਖਾਹਾਂ ਦੇ ਸਕੇਲ ਵਧਾਉਣ ਲੱਗੇ ਤੇ ਰਾਜਾਂ ਨੂੰ ਐ ਹੋ ਗਿਆ ਵੀ ਫਿਰ ਇਹ ਸਾਡੇ ਪੱਲੇ ਬੱਸ ਦੀ ਗੱਲ ਨਹੀਂ, ਗ੍ਰਾਂਟਾਂ ਦੇਣ ਲੱਗੇ। ਚਾਹੇ ਸਿਹਤ ਦਾ ਮਹਿਕਮਾ ਦੇਖ ਲਓ, ਨੈਸ਼ਨਲ ਰੂਰਲ ਹੈਲਥ ਮਿਸ਼ਨ ਦੀ ਗੱਲ ਲੈ ਲਓ, ਜਾਂ ਤੁਸੀਂ ਪੜ੍ਹਾਈ ਦੇ ਵਿੱਚ ਤੁਸੀਂ ਦੇਖ ਲਓ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਕੇਂਦਰ ਨੇ, ਉਹਨਾਂ ਦੇ ਇਸ ਹੱਦ ਤੱਕ ਨਿਰਭਰਤਾ ਬਣਾਤੀ ਕਿ ਸਿੱਖਿਆ ਨੂੰ ਸੁਧਾਰਨ ਦੀ ਥਾਂ ਇਹਨੂੰ ਹੋਰ ਬਿਹਤਰ ਬਣਾਉਣ ਵਾਲੇ ਪਾਸੇ ਕੋਈ ਏਜੰਡਾ ਹੀ ਨਹੀਂ ਰਿਹਾ ਕਿਸੇ ਪਾਸੇ। ਸਾਰੇ ਮੁਲਕ ਦੇ ਵਿੱਚ ਹਾਲੇ ਤਾਂ ਸੁਖਵਿੰਦਰ ਜੀ ਜਿਹੜੀ ਇਹ ਨਵੀਂ ਸਿੱਖਿਆ ਨੀਤੀ ਆਈ ਆ, ਹਾਲੇ ਤਾਂ ਉਹਨਾਂ ਨੇ ਪਾਸ ਕਰਕੇ ਜਦੋਂ ਇਹ ਲਾਗੂ ਕੀਤੀ, ਇਹਨੇ ਰਾਜਾਂ ਦੇ ਸਿੱਖਿਆ ਤੰਤਰ ਦੀਆਂ ਚੂਲਾਂ ਹਿਲਾ ਦੇਣੀਆਂ। ਜਿਹਨੇ ਕਿਹਾ ਸਕੂਲ ਕਿਹਾ ਜਾ ਹੋਣਾ ਚਾਹੀਦਾ, ਕਾਲਜ ਕਿਹਾ ਜਾ ਹੋਣਾ ਚਾਹੀਦਾ, ਯੂਨੀਵਰਸਿਟੀ ਕਹੀ ਜਿਹੀ ਹੋਣੀ ਚਾਹੀਦੀ ਆ। ਇਸੇ ਕਰਕੇ ਸਰਕਾਰਾਂ ਨੇ ਜਿਹੜੀਆਂ ਉਹ ਭੱਜ ਰਹੀਆਂ ਨੇ। ਹੁਣ ਤੁਸੀਂ ਪੰਜਾਬ ਦੇ ਵਿੱਚ 16-17 ਕਾਲਜ ਖੋਲਤੇ, ਸਟਾਫ ਇੱਕ ਨਹੀਂ ਭਰਤੀ ਕੀਤਾ। ਤੁਸੀਂ ਕਹਿੰਦੇ ਹੋ ਕਲੀਨਿਕ ਅਸੀਂ 16,000 ਖੋਲਣੇ ਆ, 70-75-100 ਕਰਤੇ। ਨਾ ਕੋਈ ਡਾਕਟਰ ਭਰਤੀ ਕੀਤਾ, ਨਾ ਨਰਸ ਭਰਤੀ ਕੀਤੀ ਹੈ, ਨਾ ਫਾਰਮਾਸਿਸਟ ਭਰਤੀ ਕੀਤਾ। ਜਾਣੀ ਇਸ ਹਿਸਾਬ ਨਾਲ ਤੁਸੀਂ ਇੱਕ ਸਰਕਾਰੀ ਤੰਤਰ ਆ ਜਿਹੜਾ ਸਾਰੇ ਡਾਕਟਰ 100% ਡਾਕਟਰ ਇਹ ਕਹਿ ਰਹੇ ਨੇ ਵੀ ਜਿਹੜਾ ਸਿਹਤ ਦਾ ਮਹਿਕਮਾ ਪਹਿਲਾਂ ਸਾਡੇ ਕੋਲੇ ਆ ਉਹਨੂੰ ਤਾਂ ਸੰਭਾਲ ਲਓ, ਉੱਥੇ ਤਾਂ ਦਵਾਈਆਂ ਨਹੀਂ ਮਿਲ ਰਹੀਆਂ। ਤੁਸੀਂ ਆ ਨਵਾਂ ਕਲੀਨਿਕ ਦਾ ਜਿਹੜਾ ਸ਼ੋਸ਼ਾ ਛੱਡਿਆ, ਇਹਦੇ ਵਿੱਚ ਵੀ ਕੰਮ ਨਹੀਂ ਚੱਲਣਾ, ਇਹਨੇ ਨਹੀਂ ਕੰਮ ਸਾਰਨਾ। ਜਿਹੜੀਆਂ ਇਹਨਾਂ ਦੀਆਂ ਦਵਾਈਆਂ ਨੇ ਸਿਰ ਦੁਖਦੇ ਦੀ, ਮੱਲਮ ਪੱਟੀ ਦੀ, ਫਲਾਨਾ, ਇਹ ਤਾਂ ਆਮ ਲੋਕ ਬਾਹਲੇ ਸਾਰੇ ਘਰਾਂ 'ਚ ਰੱਖੀ ਬੈਠੇ ਨੇ ਵੀ ਆਹ ਕਰੋ ਜੀ, ਆਹ ਲਾ ਲਓ, ਆਹ ਦਵਾਈ ਲਾ ਲਓ। ਆਮ ਤੌਰ ਤੇ ਕੈਮਿਸਟ ਆ ਜਿਹੜਾ, ਉਹਨੂੰ ਇਹ ਪੁੱਛ ਲੈਂਦੇ ਨੇ ਵੀ ਆਹ ਗੱਲ ਆ ਕੀ ਕਰੀਏ, ਉਹ ਕਹਿੰਦੇ ਆਹ ਦਵਾਈ ਲੈ ਲਓ ਜੀ ਤੁਸੀਂ। ਸੋ ਇਸ ਕਰਕੇ ਜਿਹੜਾ ਸਾਡਾ ਸਿਹਤ ਦਾ ਢਾਂਚਾ ਉਹਨੂੰ ਸੁਧਾਰਨ ਦੀ ਥਾਂ, ਜਿਹੜਾ ਸਾਡਾ ਸਿੱਖਿਆ ਦਾ ਢਾਂਚਾ ਉਹਨੂੰ ਸੁਧਾਰਨ ਦੀ ਥਾਂ ਜੋ ਇਹ ਗੱਲਾਂ ਕਰ ਰਹੇ ਨੇ, ਇਹਨਾਂ ਨੇ ਕਿਸੇ ਤਰ੍ਹਾਂ ਸਾਰਥਕ ਰੋਲ ਨਹੀਂ ਨਿਭਾਉਣਾ। ਹੁਣ 1158 ਜਿਹੜੇ ਬੰਦੇ ਆ ਉਹਨਾਂ ਦੇ ਦੀਵੇ ਆ, ਜਿਹੜਾ ਜਿਹਨੂੰ ਭਗਵੰਤ ਮਾਨ ਕਹਿੰਦਾ ਚੁੱਲ੍ਹਿਆਂ ਦੀ ਅੱਗ ਆ ਜਿਹੜੀ, ਉਹ ਠੰਡੀ ਹੋ ਗਈ। ਉਹਨਾਂ ਖਾਤਰ ਕੁਛ ਕੀਤਾ ਨਹੀਂ। ਰਿਟਾਇਰਡ ਪ੍ਰੋਫੈਸਰ ਭਰਤੀ ਕਰਨ ਦਾ ਬੀੜਾ ਚੁੱਕ ਲਿਆ ਤੇ ਫਿਰ ਐਂ ਕਹਿੰਦਾ 400 450 ਅਸੀਂ ਨਵੀਂ ਗੈਸਟ ਫੈਕਲਟੀ ਭਰਤੀ ਕਰਾਂਗੇ। ਉਹ ਜਿਹੜੇ ਗੈਸਟ ਫੈਕਲਟੀ ਚੋਂ 1000-1200 ਦਾ ਕੀਤਾ ਸੀ, ਉਹਨਾਂ ਦਾ ਕੀ ਬਣਿਆ? ਇਹ ਸਾਰਾ ਕੰਮ ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਆ ਨਾ ਜੀ, ਅੱਗਾ ਦੌੜ ਪਿੱਛਾ ਚੌੜਾ, ਤੇ ਇਹਦਾ ਸਿੱਟਾ ਫਿਰ ਪ੍ਰਾਈਵੇਟ ਨਿੱਜੀਕਰਨ ਵਾਲੇ ਪਾਸੇ ਲੰਘਦਾ ਵੀ ਕਿਉਂਕਿ ਸਰਕਾਰਾਂ ਨਹੀਂ ਸਾਂਭ ਰਹੀਆਂ, ਅਧਿਆਪਕ ਯੂਨੀਅਨਾਂ, ਲੈਕਚਰਾਰਾਂ ਦੀਆਂ ਯੂਨੀਅਨਾਂ ਉਹ ਨਹੀਂ ਇਹਨਾਂ ਨੂੰ ਸੁਧਾਰ ਰਹੀਆਂ। ਇਸ ਕਰਕੇ ਪ੍ਰਾਈਵੇਟ ਸੰਸਥਾਵਾਂ ਨੇ, ਚਾਹੇ ਉਹ ਸਿਹਤ ਖੇਤਰ 'ਚ ਹੋਣ, ਚਾਹੇ ਸਿੱਖਿਆ ਦੇ ਖੇਤਰ 'ਚ ਹੋਣ, ਉਹਨਾਂ ਨੂੰ ਬੜਾਵਾ ਮਿਲ ਰਿਹਾ। ਦੇਖੋ ਤੁਸੀਂ ਪੰਜਾਬ ਦੇ ਵਿੱਚ ਕਿੰਨੀਆਂ ਯੂਨੀਵਰਸਿਟੀਆਂ ਨਿਤ ਨਵੀਆਂ ਖੁੱਲ ਰਹੀਆਂ ਨੇ। ਜੋ ਸਰਕਾਰ ਕਹਿ ਰਹੀ ਆ ਵੀ ਅਸੀਂ ਆਹ ਯੂਨੀਵਰਸਿਟੀ ਖੋਲਤੀ, ਮੈਡੀਕਲ ਖੋਲਤੀ, ਫਲਾਨਾ ਖੋਲਤੀ, ਉਹਨਾਂ ਨੀਂਹ ਪੱਥਰਾਂ ਤੋਂ ਅੱਗੇ ਗੱਲ ਤੁਰਦੀ ਨਹੀਂ। ਜੇ ਕੋਈ ਬੈਚ ਸ਼ੁਰੂ ਹੁੰਦਾ ਕਿਸੇ ਪ੍ਰਾਈਵੇਟ ਇਮਾਰਤ 'ਚ ਸ਼ੁਰੂ ਹੁੰਦਾ ਕਿਸੇ ਦਾ, ਫਿਰ ਹੌਲੀ ਹੌਲੀ ਉਹ ਦੂਜੇ ਪਾਸੇ ਨੂੰ ਜਿਹੜਾ ਵਧਿਆ ਜਾ ਰਿਹਾ। ਸੋ ਇਸ ਪੱਖੋਂ ਨਿੱਜੀਕਰਨ ਦੀ ਮੁਹਿੰਮ ਜਿਹੜੀ
ਇਹ ਬਹੁਤ ਵੱਡੀ ਪੱਧਰ ਤੇ ਚੱਲਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ। ਤੁਹਾਡੀ ਗੱਲ ਬਿਲਕੁਲ ਠੀਕ ਆ ਜੀ। ਮਾਲੀ ਸਾਹਿਬ, ਅਗਲੀ ਖਬਰ ਇਹ ਆ ਕਿ ਸ਼ਾਇਦ ਤੁਹਾਡੇ ਤੱਕ ਵੀ ਪਹੁੰਚੀ ਹੋਵੇ ਕਿ 3500 ਕਰੋੜ ਰੁਪਏ ਦਾ ਕਰਜ਼ਾ ਹੋਰ ਲਿਆ ਸਰਕਾਰ ਨੇ। 9000 ਕਰੋੜ ਦਾ ਪਿਛਲੇ ਸਮੇਂ ਵਿੱਚ ਲਿਆ ਸੀ, ਮਤਲਬ ਕੁੱਲ ਮਿਲਾ ਕੇ 12500 ਕਰੋੜ ਦਾ ਕਰਜ਼ਾ ਪਿਛਲੇ 5-5.5 ਮਹੀਨਿਆਂ ਦੇ ਵਿੱਚ ਸਰਕਾਰ ਨੇ ਲੈ ਲਿਆ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਸਰਕਾਰ ਵੀ ਕਹਿੰਦੀ ਹੈ ਕਿ ਸਾਨੂੰ GST ਤੋਂ ਮਾਲੀਆ ਬਹੁਤ ਹੋਇਆ ਹੈ, ਇਸ ਵਾਰੀ ਪੰਜਾਬ ਦਾ ਖਜ਼ਾਨਾ ਜਿਹੜਾ ਉਹ ਸਟੇਬਲ ਹੈ, ਅਸੀਂ ਇਹਦੇ ਤੇ ਕਰਜ਼ਾ ਨਹੀਂ ਚੜਨ ਦਿਆਂਗੇ। ਸੁਖਵਿੰਦਰ ਜੀ, ਤੁਹਾਡੀ ਗੱਲ ਠੀਕ ਆ। ਦੇਖੋ, RBI ਦੀ ਵੈਬਸਾਈਟ ਤੋਂ ਇਹ ਜਾਣਕਾਰੀਆਂ ਸਾਂਝੀਆਂ ਹੋ ਰਹੀਆਂ ਨੇ। ਜੋ ਤੁਸੀਂ ਗੱਲ ਕਹਿੰਦੇ ਹੋ ਇਹ ਸਹੀ ਆ। ਤੇ ਦੂਜੇ ਪਾਸੇ ਆਪਣੇ ਰਿਣ ਪੱਤਰਾਂ ਦੀਆਂ ਨਿਲਾਮੀਆਂ ਕਰ ਰਹੇ ਨੇ। ਜੇ ਤੁਸੀਂ ਪਿਛਲੇ ਸਾਲ ਦੇ ਮੁਕਾਬਲੇ, ਜਦੋਂ ਕਰੋਨਾ ਸੀ, ਉਹਦੇ ਮੁਕਾਬਲੇ ਹੁਣ ਵਾਲੇ ਮਹੀਨਿਆਂ ਦੀਆਂ ਅੰਕੜੇ ਦੇਈ ਜਾਂਦੇ ਹੋ ਕਿ ਸਾਡੀ 1500 ਕਰੋੜ ਵੱਧ ਗਈ, ਸਾਡੀ 2000 ਕਰੋੜ ਵੱਧ ਗਈ, ਤੇ ਬਾਕੀ ਰਾਜਾਂ ਦੀ ਇਸ ਤੋਂ ਵੱਧ ਵਧੀਆ ਬਾਹਲੇ ਰਾਜਾਂ ਦੀ। ਕੁਛ ਰਾਜਾਂ ਨੂੰ ਛੱਡ ਕੇ ਜੰਮੂ ਕਸ਼ਮੀਰ ਜਾਂ ਨਾਰਥ ਈਸਟ ਦੇ ਜਿਹੜੇ ਰਾਜ ਨੇ, ਬਾਕੀ ਥਾਵਾਂ ਤੇ ਇਹ ਕਹਿੰਦੇ ਨੇ ਸਾਡੀ 24% ਵੱਧ ਗਈ। ਜਿਹੜੀ ਸਰਕਾਰ ਆ ਜਿਹੜੀ ਉਹਦੀ 44% ਤੋਂ ਉੱਤੇ ਵਧੀ ਖੜੀ ਆ ਕੇਂਦਰ ਸਰਕਾਰ ਦੀ। ਸੋ ਸਵਾਲ ਤਾਂ ਇਹ ਆ ਕਿ ਤੁਹਾਡੇ ਕਮਿਟਡ ਖਰਚੇ ਕੀ ਨੇ, ਤੁਹਾਡੀ ਜਿਹੜੀ ਤੈਅ ਕੀਤੀ ਹੋਈ ਆਮਦਨ ਉਹ ਕੀ ਆ, ਇਹਨਾਂ ਮਹੀਨਿਆਂ 'ਚ ਤੁਹਾਡਾ ਖਰਚ ਕੀ ਹੋਇਆ, ਇਹਨਾਂ ਮਹੀਨਿਆਂ 'ਚ ਤੁਹਾਡੀ ਆਮਦਨ ਕੀ ਹੋਈ। ਜਾਂ ਤਾਂ ਉਹਦੀ ਬੈਲੈਂਸ ਸ਼ੀਟ ਸਾਹਮਣੇ ਆਵੇ ਜਿਹੜੀ ਸਾਲ ਦੇ ਵਿੱਚ ਬਾਅਦ ਦੇ ਵਿੱਚ ਆਊ, ਤਾਂ ਪਤਾ ਲੱਗੂ, ਜਾਂ ਹੁਣ ਪਤਾ ਲੱਗੀ ਜਾ ਰਿਹਾ। ਜੇ ਜਿਵੇਂ ਤੁਸੀਂ ਦੱਸਿਆ ਇਸ ਅੰਕੜਿਆਂ ਦੇ ਹਿਸਾਬ ਨਾਲ 2500 ਕਰੋੜ ਰੁਪਇਆ ਹਰ ਮਹੀਨੇ ਕਰਜ਼ਾ ਚੜ ਰਿਹਾ। ਤੇ ਜਿਹੜੇ ਇਹ ਕਹਿੰਦੇ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਕਰਜ਼ਾ ਲੈਣਾ ਸ਼ੁਰੂ ਹੋ ਜੂ, ਤੇ ਤੁਸੀਂ ਇੱਕ ਅੰਕੜੇ ਦਾ ਪ੍ਰਚਾਰ ਕਰ ਰਹੇ ਹੋ ਅਸੀਂ ਜੀ 10,000 ਕਰੋੜ ਮੋੜਤਾ, ਉਹਦੇ ਵਿੱਚੋਂ ਮੂਲ ਇੰਨਾ ਮੋੜਤਾ, ਉਹਦੇ ਵਿੱਚੋਂ ਵਿਆਜ ਇੰਨਾ ਮੋੜਤਾ। ਉਹਨਾਂ ਫਿਰ ਜੇ ਸੱਪ ਲੰਮਾ ਗੋਹ ਚੌੜੀ ਗੱਲ ਉੱਥੇ ਆ ਖੜਨੀ ਆ। ਤੇ ਤੁਸੀਂ ਦੇਖੋ ਐਤਕੀ ਮਹੀਨੇ ਕਿੰਨਾ ਰੌਲਾ ਪੈ ਰਿਹਾ ਵੀ ਸਰਕਾਰੀ ਖਜ਼ਾਨਿਆਂ ਨੂੰ ਤਾਲੇ ਲੱਗ ਗਏ, ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਮਿਲੀਆਂ, ਕਿਸਾਨਾਂ ਨੂੰ ਜਿਹੜਾ ਉਹਨਾਂ ਦੀ ਅਦਾਇਗੀ ਕਰਨੀ ਆ 2-2 ਸਾਲ ਦਾ ਗੰਨਾ ਲਿਆ ਉਹਦੀਆਂ ਅਦਾਇਗੀਆਂ ਨੇ ਜਿਹੜੀਆਂ ਉਹ ਵੀ ਬੰਦ ਹੋਈਆਂ ਪਈਆਂ ਨੇ। ਸੋ ਇਸ ਕਰਕੇ ਜਿਹੜੀਆਂ ਤੁਸੀਂ ਇਹ ਗੱਲਾਂ ਕਰ ਰਹੇ ਹੋ, ਜਦੋਂ ਉਹਦਾ ਅਮਲੀ ਜਮਾ ਜੋੜ ਦੇਖਦੇ ਆ ਤਾਂ ਕੁਦਰਤੀ ਤੌਰ ਤੇ ਆਰਥਿਕਤਾ 'ਚ ਸੁਧਾਰ ਵਾਲੀ ਗੱਲ ਕਿਸੇ ਤਰ੍ਹਾਂ ਦੀ ਕੋਈ ਸਾਹਮਣੇ ਨਹੀਂ ਆ ਰਹੀ। ਈਵਨ ਜਿਹੜੀ ਸੁਰੱਖਿਆ ਦੀ ਗੱਲ ਕਰਦੇ ਆ ਆਪਾਂ, ਸੁਰੱਖਿਆ ਵੀ ਮੁੜ ਕੇ ਉੱਥੇ ਹੀ ਜਾ ਰਹੀ। ਕਿਸੇ ਤਰ੍ਹਾਂ ਦੀ ਸੁਰੱਖਿਆ ਕਿਸੇ ਪਾਸੇ ਕੋਈ ਘਟਾਈ ਨਹੀਂ ਗਈ। ਸਮਾਂ ਤੇ 2-3 ਵਾਧੂ ਦੀਆਂ ਸੁਰੱਖਿਆਵਾਂ ਨੇ ਜਿਹੜੀਆਂ ਕੇਜਰੀਵਾਲ ਨੂੰ, ਰਾਘਵ ਚੱਡੇ ਨੂੰ ਵੱਡੀ ਸੁਰੱਖਿਆ ਉਹ ਸਾਡੇ ਗਲ ਪਈ ਹੋਈ ਆ। ਪੰਜਾਬ ਆ ਜਿਹੜਾ ਉਹ ਇਹਨਾਂ ਦੀ ਦੇ ਰਿਹਾ। ਕਿਸੇ ਪਾਸਿਓਂ ਵੀ ਕੋਈ ਖਰਚਾ ਘਟਣ ਦੀ ਤਾਂ ਕੰਸੋਲ ਸਾਹਮਣੇ ਨਹੀਂ ਆ ਰਹੀ। ਬਿਨਾਂ ਮੰਗੇ ਤੁਸੀਂ ਆਟਾ ਦੇਣ ਦਾ ਐਲਾਨ ਕਰਤਾ, ਉਹਦੇ ਵਿੱਚੋਂ ਚੱਕੀਆਂ ਵਾਲੇ ਰੋਂਦੇ ਨੇ, ਰਾਸ਼ਨ ਡਿਪੂ ਵਾਲੇ ਰੋਂਦੇ ਨੇ। 700 ਕਰੋੜ ਰੁਪਈਆ ਉਹਦਾ ਵਾਧੂ ਖਰਚਾ ਤੈਅ ਕਰਤਾ ਤੁਸੀਂ ਜਿਹੜਾ ਹੋਣਾ। ਤੇ ਲੋਕ ਇਹ ਕਹਿੰਦੇ ਨੇ ਵੀ ਉਹ ਜਿਹੜਾ ਫਲੋਰ ਮਿਲਣ ਦਾ ਆਟਾ ਉਹਦੀ ਕੁਆਲਿਟੀ ਆ ਜਿਹੜੀ ਉਹ ਪਹਿਲਾਂ ਜਿੰਨੀ ਨਹੀਂ ਹੁੰਦੀ। ਸੋ ਇਸ ਕਰਕੇ ਕਿਸੇ ਵੀ ਗੱਲ ਦੇ ਵਿੱਚੋਂ ਹੁਣ ਤੁਸੀਂ ਕਹਿੰਦੇ ਸੀ 58 ਲੱਖ ਬਿਜਲੀ ਧਾਰਕ ਨੇ ਜਿਹੜੇ, ਉਹਨਾਂ ਦੇ ਕੁੱਲ ਸ਼ਾਇਦ 75 ਲੱਖ ਨੇ ਜਾਂ 78 ਲੱਖ ਨੇ, 58 ਲੱਖ ਦਾ ਜ਼ੀਰੋ ਬਿੱਲ ਆਊ। ਹੁਣ ਸਰਕਾਰ ਇਹ ਕਹਿ ਰਹੀ ਹੈ ਜ਼ੀਰੋ ਬਿੱਲ ਆਇਆ ਸਿਰਫ 28 ਲੱਖ ਦਾ, ਤੇ ਬਾਹਰਲੇ ਰਾਜਾਂ ਦੇ ਵਿੱਚ ਜਾ ਕੇ ਤੁਸੀਂ ਉਹੇ ਜਿਹੀ ਐਲਾਨ ਕਰ ਰਹੇ ਹੋ। ਆ ਹੁਣ ਆਪਣੀ ਬੇਰੁਜ਼ਗਾਰੀ ਦੀ ਗੱਲ ਚੱਲ ਰਹੀ ਆ। ਕੇਜਰੀਵਾਲ ਨੇ ਗੁਜਰਾਤ 'ਚ ਐਲਾਨ ਕੀਤਾ ਕਿ 5 ਸਾਲਾਂ ਦੇ ਵਿੱਚ ਸੰਪੂਰਨ 100% ਰੁਜ਼ਗਾਰ ਦੇਊਗਾ ਨੌਜਵਾਨਾਂ ਨੂੰ। ਜਦੋਂ ਸਰਕਾਰ ਬਣ ਗਈ ਪਹਿਲੇ ਦਿਨ ਤੋਂ 3000 ਰੁਪਈਆ ਬੇਰੁਜ਼ਗਾਰੀ ਭੱਤਾ ਦੇਵਾਂਗੇ, ਜਿਹਨੂੰ ਰੁਜ਼ਗਾਰ ਮਿਲੀ ਜਾਊ ਭੱਤਾ ਹਟ ਜੂ। ਹੁਣ ਤੁਸੀਂ ਸਵਾਲ ਤਾਂ ਇਹ ਸੀ, ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਹੜੀ ਪ੍ਰਚਲਿਤ ਸਿਆਸਤ ਆ ਇਹ ਫੇਲ ਹੋ ਗਈ। ਸਾਰੀਆਂ ਸਿਆਸੀ ਪਾਰਟੀਆਂ ਦੀ ਫੇਲ ਹੋ ਗਈ, ਕੇਂਦਰ ਸਰਕਾਰ ਦੀ ਫੇਲ ਹੋ ਗਈ। ਮਤਲਬ ਕਾਰਟੂਨ ਤਾਂ ਇਹ ਬਣਨ ਲੱਗੇ ਕਿ ਕੇਂਦਰ ਸਰਕਾਰ ਆ ਜਿਹੜੀ ਜਨਤਕ ਜਾਇਦਾਦਾਂ ਵੇਚਦੀ ਆ, MLA ਖਰੀਦਦੀ ਆ। ਦੋਏ ਕੰਮ ਨੇ, ਜਨਤਕ ਜਾਇਦਾਦਾਂ ਵੇਚੋ, MLA ਖਰੀਦੋ। ਉਹਦੇ ਅੰਕੜੇ ਆ ਰਹੇ ਨੇ ਹੁਣ ਤੱਕ ਕਿੰਨੇ MLA ਨੇ ਪਾਲਾ ਬਦਲਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਤੁਸੀਂ ਇੱਕ ਵਰਤਾਂਤ ਤਾਂ ਜ਼ਰੂਰ ਸਿਰਜ ਦੋਗੇ ਲੋਕਾਂ ਦੇ ਮਨ 'ਚ ਵੀ ਦੇਖੋ ਜੀ ਇਹ ਦਿੰਦੇ ਨੇ ਕਾਰਪੋਰੇਟਾਂ ਨੂੰ ਰੇਤਾਂ, ਅਸੀਂ ਦਿੰਦੇ ਹਾਂ ਲੋਕਾਂ ਨੂੰ ਰੇਤਾਂ। ਪਰ ਕੀ ਕਾਰਪੋਰੇਟਾਂ ਦੀਆਂ ਰੇਤਾਂ ਤੁਸੀਂ ਬੰਦ ਕਰ ਸਕਦੇ ਹੋ? ਠੀਕ ਆ, ਅੱਜ ਅਡਾਨੀ ਤੇ ਅਦਾਨੀ ਤੇ ਅੰਬਾਨੀ ਦੇ ਵਿੱਚ ਰੌਲਾ ਪਿਆ ਹੋਇਆ, ਜਿਹਦੇ ਕਰਕੇ ਅੰਬਾਨੀ ਆ ਜਿਹੜਾ ਹੁਣ ਮੋਦੀ ਦੇ ਵਿਰੋਧੀਆਂ ਨੂੰ ਜਿਹੜਾ ਉਹਨਾਂ ਨੂੰ ਸ਼ਹਿ ਦੇਣ ਲੱਗ ਗਿਆ, ਉਹਨਾਂ ਨੂੰ ਕਹਿਣ ਲੱਗ ਗਿਆ। ਤੇ ਗੁਜਰਾਤ ਦੇ ਲੋਕ ਉਹ ਕਹਿੰਦੇ ਵੀ ਦੇਖ ਲਿਆ ਸੀ ਗੁਜਰਾਤ ਮਾਡਲ, ਸਾਨੂੰ ਨਵੇਂ ਮਾਡਲ ਦੀ ਲੋੜ ਆ।
ਨਵੇਂ ਮਾਡਲ ਤਾਂ ਨਵੀਆਂ ਨੀਤੀਆਂ ਵਿਚਾਰਾਂ ਜਾਂ ਸਿਆਸਤ 'ਚ ਆਉਣਾ ਚਾਹੀਦਾ, ਪਰ ਅਸੀਂ ਨਵਾਂ ਮਾਡਲ ਗਰੰਟੀਆਂ ਵਾਲਾ ਕੱਢ ਲਿਆ। ਦੇਖੋ ਲੋਕਾਂ ਦੀ ਹਾਲਤ ਮਾੜੀ ਆ, ਉਹਨਾਂ ਨੂੰ ਗਰੰਟੀਆਂ ਚੰਗੀਆਂ ਲੱਗਦੀਆਂ, ਲੋੜਵੰਦਾਂ ਨੂੰ ਸਹਾਇਤਾ ਦੇਣ ਦੀ ਵੀ ਲੋੜ ਆ, ਪਰ ਜਦੋਂ ਤੱਕ ਤੁਸੀਂ ਨੀਤੀਆਂ ਨਹੀਂ ਬਦਲਦੇ, ਨੀਤੀਗਤ ਫੈਸਲੇ ਨਹੀਂ ਬਦਲਦੇ, ਸਰਕਾਰੀ ਖਜ਼ਾਨੇ 'ਚ ਜਿਹੜੀਆਂ ਘਰਲਾਂ ਪੈ ਰਹੀਆਂ ਨੇ ਉਹਨੂੰ ਬੰਦ ਨਹੀਂ ਕਰਦੇ, ਜਿਹੜਾ ਠੇਕੇਦਾਰੀ ਸਿਸਟਮ ਆ ਉਹਨੂੰ ਬੰਦ ਨਹੀਂ ਕਰਦੇ, ਉਦੋਂ ਤੱਕ ਜਦੋਂ ਖਜ਼ਾਨਾ ਨਹੀਂ ਭਰਨਾ ਫਿਰ ਇੱਕ ਐਲਾਨ ਕਰਕੇ ਤੁਸੀਂ ਤੁਰਦੇ ਬਣ ਜਾਓ, ਨਵਾਂ ਐਲਾਨ ਤੁਸੀਂ ਫੇਰ ਕਰ ਦਿੰਦੇ ਹੋ। ਹੁਣ 35,000 ਨੂੰ ਕੱਚਿਆਂ ਨੂੰ ਪੱਕੇ ਕਰਨ ਦੀ ਗੱਲ ਆ ਜੀ, ਉਹ ਵੀ ਉੱਥੇ ਖੜੀ ਆ। ਖਜ਼ਾਨਾ ਮੰਤਰੀ ਕਹਿੰਦਾ ਕਿਉਂਕਿ ਜਿਹੜੇ ਪਹਿਲਾਂ ਕਾਨੂੰਨ ਪਾਸ ਕੀਤੇ ਹੋਏ ਨੇ ਉਹ ਆਰਥਿਕ ਬਿੱਲ ਨੇ, ਜਦੋਂ ਰਾਜਪਾਲ ਉਹਨਾਂ ਬਾਰੇ ਕੋਈ ਰਸਮੀ ਤੌਰ ਤੇ ਫੈਸਲਾ ਨਹੀਂ ਲੈਂਦਾ ਉਦੋਂ ਤੱਕ ਸਰਕਾਰ ਕੋਈ ਨਵੀਂ ਗੱਲ ਨਹੀਂ ਕਰ ਸਕਦੀ ਇਹਨਾਂ ਦੇ ਬਾਰੇ। ਇਹਦਾ ਮਤਲਬ ਰਾਜਪਾਲ ਕੋਈ ਫੈਸਲਾ ਲਵੇ ਜਾਂ ਵਿਧਾਨ ਸਭਾ ਦਾ ਆਉਣ ਵਾਲਾ ਸੈਸ਼ਨ ਆਊ ਉਹ 'ਚ ਪੁਰਾਣੇ ਕਾਨੂੰਨ ਰੱਦ ਕਰਕੇ ਫਿਰ ਨਵਾਂ ਕਾਨੂੰਨ ਲਿਆਂਦਾ ਜਾਵੇ। ਅੱਜ ਫੇਰ ਖਬਰ ਆ ਗਈ ਕਿ ਕੱਚਿਆਂ ਨੂੰ ਪੱਕੇ ਕਰਨ ਬਾਰੇ ਨੀਤੀ ਨੂੰ ਪ੍ਰਵਾਨਗੀ ਦੇਤੀ। ਹੁਣ ਉਹ ਨੀਤੀ ਕਿਹੜੀ ਆ? ਕੀ ਉਸ ਨੀਤੀ ਅਨੁਸਾਰ ਪੱਕੇ ਹੋ ਜਾਣਗੇ? ਉਹਨੂੰ ਹਵਾ ਨਹੀਂ ਲਵਾਉਂਦੇ ਕਿਸੇ ਨੂੰ। ਸੋ ਇਸ ਤਰ੍ਹਾਂ ਦਾ ਇੰਨਾ ਮਤਲਬ ਜਿਵੇਂ ਕਹਿੰਦੇ ਆ ਨਾ ਘਚੋਲਾ ਚੱਲ ਰਿਹਾ, ਇੱਕ ਵੀ ਕੋਈ ਵੀ ਗੱਲ ਨਿੱਤਰ ਕੇ ਸਪਸ਼ਟ ਨਹੀਂ ਹੁੰਦੀ ਜਿੱਤੇ ਵਿਚਾਰ ਜਾਂ ਸੰਵਾਦ ਰਚਾਇਆ ਜਾ ਸਕੇ ਜਾਂ ਕੋਈ ਬਦਲ ਪੇਸ਼ ਕੀਤਾ ਜਾਵੇ। ਇੱਕ ਗੱਲ ਦੀ ਫੂਕ ਜੀ ਨਿਕਲਦੀ ਆ, ਇੱਕ ਨਵਾਂ ਛਲੇਡਾਪਣ ਹੋਰ ਜ਼ੋਰ ਨਾਲ ਉਹਦੀ ਸਾਹਮਣੇ ਆ ਜਾਂਦਾ। ਮੈਂ ਸੁਣਿਆ ਹੁਣ ਵੀ ਗੁਜਰਾਤ ਦੇ ਵਿੱਚ ਮਾੜੀ ਮੋਟੀ ਗੁੱਲੀ ਦੜ ਪੈ ਰਹੀ ਆ ਕੇਜਰੀਵਾਲ ਦੀ, ਕੱਠ ਕੁੱਠ ਜੇ ਚੰਗੇ ਹੋਣ ਲੱਗੇ। ਪਰ ਮੈਂ ਦੇਖ ਰਿਹਾ ਸੀ NDTV ਤੇ ਇੰਟਰਵਿਊ ਜਿਹਦੇ ਵਿੱਚ ਰਾਘਵ ਚੱਡਾ ਬੜੇ ਜ਼ੋਰ ਨਾਲ ਬੋਲ ਰਿਹਾ ਕਿ ਮੁਲਕ ਦੇ ਵਿੱਚ ਜਿਹੜਾ ਖਲਾ ਉਹਨੂੰ ਭਰ ਲਈ ਕੇਜਰੀਵਾਲ ਸਾਹਮਣੇ ਆ ਰਿਹਾ ਤੇ ਲੋਕਾਂ ਦੀ ਉਹਦੇ ਕੋਲੇ ਉਮੀਦ ਆ। ਤੇ ਉਹਨੇ ਲਾਸਟ ਦੇ ਵਿੱਚ ਗੱਲ ਕੀ ਕਹੀ? ਕਹਿੰਦੇ ਉਸ ਪਾਰਟੀ ਦਾ ਰਾਜ ਸਭਾ ਮੈਂਬਰ ਬੋਲ ਰਿਹਾ ਜਿਹਦੇ ਕੋਲੇ ਲੋਕ ਸਭਾ 'ਚ ਇੱਕ ਵੀ ਮੈਂਬਰ ਨਹੀਂ ਤੇ ਉਹ ਮੋਦੀ ਦਾ ਬਦਲ ਬਣਨ ਨੂੰ ਫਿਰਦੇ ਆ। ਮਤਲਬ ਉਹਦੀ ਸਾਰੇ ਕਾਸੇ ਦੀ ਫੂਕ ਕੱਢਤੀ। ਸੋ ਇਹ ਜਿਹੜਾ ਪ੍ਰਚਾਰ ਡਰਾਮਾ ਤੁਸੀਂ ਦੇਖੋ, ਇੰਨੀ ਆਲੋਚਨਾ ਹੋਈ ਸੀ ਮੁੱਲ ਦੀਆਂ ਖਬਰਾਂ ਦੀ, ਫੇਰ ਵੀ ਚੱਲ ਰਹੀਆਂ ਨੇ ਜੀ, ਸਫੇ ਦੇ ਸਫੇ ਚੱਲ ਰਹੇ ਨੇ, ਸਾਰਾ ਕੁਝ ਉਸੇ ਤਰ੍ਹਾਂ ਚੱਲ ਰਿਹਾ। ਜਿਵੇਂ ਐ ਮਿਥਲਿਆ ਹੁੰਦਾ ਵੀ ਜਾਓ ਸਾਡਾ ਕੀ ਕਰ ਲਓਗੇ 5 ਸਾਲ, ਅਸੀਂ ਤਾਂ ਜੋ ਕਰ, ਕਿਸੇ ਚੀਜ਼ ਦੀ ਜਵਾਬਦੇਹੀ ਤਾਂ ਹੋਵੇ ਨਾ ਜੀ। ਚਲੋ ਜਵਾਬਦੇਹੀ ਹੋਣੀ ਕਿਸੇ ਦੀ, ਛੜਪਾ ਮਾਰ ਕੇ ਅਗਲੇ ਉਹ ਤੇ ਜਾ ਚੜਨਾ। ਇਸ ਕਰਕੇ ਚਾਹੇ ਸਿੱਖਿਆ ਦਾ ਖੇਤਰ ਆ, ਦੇਖੋ ਮੈਂ ਵੀ ਜਾਣਦਾ, ਪਰ ਮੈਂ ਦਾਅਵੇ ਨਾਲ ਕਹਿੰਦਾ ਪੰਜਾਬ ਦਾ ਇੱਕ ਵੀ ਡਾਕਟਰ ਮੌਜੂਦਾ ਜਾਂ ਰਿਟਾਇਰ ਇਹਨਾਂ ਦੀ ਸਿਹਤ ਨੀਤੀ ਦੇ ਹੱਕ 'ਚ ਨਹੀਂ ਹੈ। ਪੰਜਾਬ ਦਾ ਕੋਈ ਵੀ ਸਿੱਖਿਆ ਸ਼ਾਸਤਰੀ, ਕੋਈ ਵੀ ਯੂਨੀਵਰਸਿਟੀ ਅਧਿਆਪਕ ਜੋ ਇਹ ਨਵੀਂ ਨੀਤੀ ਅਪਣਾ ਰਹੇ ਨੇ ਸਿੱਖਿਆ ਬਾਰੇ ਉਹਦੇ ਹੱਕ 'ਚ ਨਹੀਂ ਹੈ। ਸਿਰਫ ਇਹ ਕਹਿਣਾ ਅਸੀਂ ਦਿੱਲੀ ਮਾਡਲ ਲਾਗੂ ਕਰ ਦਾਂਗੇ, ਦਿੱਲੀ ਮਾਡਲ ਲਾਗੂ ਕਰ ਦਾਂਗੇ। ਹੁਣ ਲੋਕ ਤਾਂ ਚੈਲੰਜ ਕਰ ਰਹੇ ਨੇ ਵੀ ਦਿੱਲੀ ਮਾਡਲ ਆ ਜਿਹੜਾ ਤੁਸੀਂ ਸਾਡੇ ਸਾਹਮਣੇ ਤਾਂ ਰੱਖੋ ਨਾ। ਤੁਸੀਂ 10ਵੀਂ ਰਿਜ਼ਲਟ 10 ਸਾਲਾਂ ਦਾ ਸਾਹਮਣੇ ਲਿਆਓ, ਬੱਚਿਆਂ ਦਾ ਦਾਖਲਾ ਕਿੰਨਾ ਕੁ ਵਧਿਆ। ਹੁਣ ਉਹੀ ਇੱਕੋ ਬੱਚਿਆਂ ਦਾ ਸਰਕਾਰੀ ਸਕੂਲਾਂ ਇੱਕ ਕਹੀ ਜਾਂਦੇ ਹੋ, ਅਫਸਰਾਂ ਨੇ ਆਪਣੇ ਮੁੰਡੇ ਦੀ ਸਰਕਾਰੀ ਸਕੂਲਾਂ 'ਚ ਦਾਖਲ ਕਰਾਤੇ ਪ੍ਰਾਈਵੇਟਾਂ 'ਚੋਂ ਕਢਾ ਕੇ। ਤੱਥ ਤਾਂ ਕੋਈ ਸਾਹਮਣੇ ਰੱਖੋ, ਤੱਥ ਕੋਈ ਸਾਹਮਣੇ ਨਹੀਂ ਤੇ ਗੱਪ ਐਡੇ ਜ਼ੋਰ ਨਾਲ ਮਾਰਦੇ ਨੇ। ਫਿਰ ਕੋਈ ਕਹਿੰਦਾ ਜੀ 2.5 ਲੱਖ ਬੱਚੇ ਆ ਗਏ, ਕੋਈ ਕਹਿੰਦਾ 4.5 ਲੱਖ ਬੱਚੇ ਆ ਗਏ, ਕੋਈ ਕਹਿੰਦਾ 3.5 ਲੱਖ ਆ ਗਏ। ਤੇ ਬੌਧਿਕ ਤੌਰ ਤੇ ਅਸੀਂ ਇੰਨੇ ਕੰਗਾਲ ਆ, ਖੋਜੀ ਪੱਤਰਕਾਰੀ ਦਾ ਭੋਗ ਪੈ ਗਿਆ, ਕੋਈ ਖੋਜ ਪੜਤਾਲ ਕਰਕੇ ਹਕੀਕਤ ਵੀ ਨਹੀਂ ਸਾਹਮਣੇ ਲਿਆਉਂਦਾ। ਅਖਬਾਰ ਕਹਿੰਦਾ ਨਾਲ ਇਸ਼ਤਿਹਾਰ ਆ ਗਿਆ, ਖਬਰ ਆ ਗਈ, ਭੜਕਾ ਦਿਓ ਤੇ ਤੁਰਦੇ ਬਣੋ, ਆਪਾਂ ਕੀ ਲੈਣਾ ਜੀ। ਸੁਖਵਿੰਦਰ ਬਿਲਕੁਲ ਮਾਲੀ ਸਾਹਿਬ, ਜਿੱਥੇ ਤੁਸੀਂ ਆਰਥਿਕ ਸੁਧਾਰਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਪਾਕਿਸਤਾਨ ਦੇ ਵਿੱਚ ਪਿਆਜ਼ ਤੇ ਟਮਾਟਰਾਂ ਦੇ ਰੇਟ ਜਿਹੜੇ ਨੇ ਉਹ ਕਈ ਗੁਣਾ ਵਧੇ ਹੋਏ ਨੇ। ਇੱਕ ਤਾਂ ਹੜ੍ਹ ਦੀ ਸਮੱਸਿਆ ਵੀ ਆ ਤੇ ਉਹਨਾਂ ਨੇ ਤਰਲਾ ਵੀ ਪਾਇਆ, ਹੋਰਨਾਂ ਮੁਲਕਾਂ ਨੇ ਚਲੋ ਬਾਂਹ ਵੀ ਫੜੀ, ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆਪਣੇ ਵੱਲੋਂ ਜਿਹੜਾ ਭਰੋਸਾ ਦਿਵਾਇਆ ਉਹਨਾਂ ਨੂੰ ਕਿ ਅਸੀਂ ਵੀ ਪਾਕਿਸਤਾਨ ਦੇ ਨਾਲ ਖੜੇ ਆ। ਪਰ ਜਦੋਂ ਅਟਾਰੀ ਵਾਹਗਾ ਬਾਰਡਰ ਖੁੱਲਣ ਦੀ ਗੱਲ ਆਉਂਦੀ ਹੈ, ਕੀ ਉਹਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਨਹੀਂ ਮਿਲਦਾ? ਕਿ ਇੱਕ ਮੋਰਚਾ ਉਸ ਮਤਲਬ ਕਿ ਬਾਰਡਰ ਦੇ ਉੱਤੇ ਨਹੀਂ ਲਾਉਣਾ ਚਾਹੀਦਾ ਕਿ ਇਸ ਨੂੰ ਖੋਲਿਆ ਜਾਵੇ ਤਾਂ ਕਿ ਵਪਾਰ ਹੋਵੇ ਤੇ ਉਹਦੇ ਨਾਲ ਪੰਜਾਬ ਨੂੰ ਵੀ ਹੁੰਗਾਰਾ ਮਿਲੇਗਾ? ਤੁਹਾਡੀ ਗੱਲ ਬਿਲਕੁਲ 100% ਸਹੀ ਹੈ ਜੀ। ਦੇਖੋ ਪੰਜਾਬ ਦੇ ਵਿੱਚ ਇੱਕ ਤਾਂ ਮੁੱਦਾ ਇਹ ਹੈ ਵੀ ਇਹ ਖੇਤੀ ਮਾਡਲ ਬਦਲਣਾ ਪੈਣਾ। ਦੂਜਾ ਮੁੱਦਾ ਇਹ ਆ, ਜਦੋਂ ਤੱਕ ਤੁਸੀਂ ਪਾਕ ਨਾਲ ਵਾਹਗਾ ਬਾਰਡਰ ਨਹੀਂ ਖੋਲਦੇ, ਇੱਕ ਤਾਂ ਚਲੋ ਉੱਥੇ ਕੁਦਰਤੀ ਆਫਤ ਆਈ ਹੋਈ ਆ, ਚੀਜ਼ਾਂ ਦੇ ਭਾਅ ਬਹੁਤ ਵਧੇ ਹੋਏ ਨੇ, ਇਹ ਹੋ ਜਾਂਦੇ ਨੇ। ਇਦੋਂ ਬਿਨਾਂ ਵੀ ਜੋ ਸਾਡੀਆਂ ਖੇਤੀ ਜਿਣਸਾਂ ਨੇ, ਜੋ ਸਬਜ਼ੀਆਂ ਨੇ ਜਾਂ ਹੋਰ ਨੇ, ਇਹਨਾਂ ਦੇ ਭਾਅ ਪਾਕਿਸਤਾਨ 'ਚ ਵੀ ਵੱਧ ਨੇ। ਜੇ ਉਦੋਂ ਗਾਹਾਂ ਅਰਬ ਦੇਸ਼ਾਂ ਤੱਕ ਜਾਓ, ਉੱਥੇ ਤੱਕ ਸੜਕੀ ਰਸਤੇ ਰਾਹੀਂ ਇਹ ਵਪਾਰ ਹੁੰਦਾ।
ਹੈਰਾਨੀ ਦੀ ਗੱਲ ਤੁਸੀਂ ਇਹ ਦੇਖ ਲਓ, ਇੱਕ ਵੀ ਕਿਸਾਨ ਯੂਨੀਅਨ, ਜਦੋਂ ਸ਼ਾਇਦ ਇੱਕ ਅੱਧੀ ਤਾਂ ਹੁਣ ਬੋਲਣ ਲੱਗੀ ਆ, ਇਸ ਮਸਲੇ ਬਾਰੇ ਨਹੀਂ ਬੋਲਦੇ। ਵਪਾਰੀ ਨੇ ਜਿਹੜੇ, ਕਿੰਨੀ ਸਟੱਡੀ ਆਈ ਆ, ਰਣਜੀਤ ਸਿੰਘ ਹੋਰਾਂ ਨੇ ਸਟੱਡੀ ਕੀਤੀ ਆ ਵੀ ਕਿੰਨੇ ਹਜ਼ਾਰ ਕਰੋੜ ਦਾ ਅੰਮ੍ਰਿਤਸਰ ਦੇ ਵਪਾਰੀਆਂ ਨੂੰ ਘਾਟਾ ਪੈ ਰਿਹਾ, ਉੱਥੇ ਟਰੱਕਾਂ ਵਾਲਿਆਂ ਨੂੰ ਘਾਟਾ ਪੈ ਰਿਹਾ, ਕੁਲੀਆਂ ਨੂੰ ਘਾਟਾ ਪੈ ਰਿਹਾ। ਕੋਈ ਇਹ ਮੰਗ ਨਹੀਂ ਕਰ ਰਿਹਾ ਕਿ ਵਾਹਗਾ ਬਾਰਡਰ ਵਪਾਰ ਲਈ ਖੋਲੋ। ਉਹੀ ਚੀਜ਼ ਗੁਜਰਾਤ, ਕਾਂਡਲਾ, ਬੰਬੇ, ਕਰਾਚੀ ਰਾਹੀਂ ਲਾਹੌਰ ਆਉਂਦੀ ਆ, ਉਹ ਲਾਬੀ ਆ ਜਿਹੜੀ ਉਹ ਨਹੀਂ ਖੋਲਣ ਦਿੰਦੀ। ਦੂਜੇ ਪਾਸੇ ਬਾਦਲ ਸਾਹਿਬ ਬੜੇ ਵਾਅਦੇ ਕਰਦੇ ਨੇ, ਸੁਖਬੀਰ ਹੁਣ ਵੀ ਬੋਲਦਾ, ਜਿੰਨੇ ਕੁ ਮੰਤਰੀ ਹਵਾਈ ਅੱਡੇ ਬਣਾਏ ਬਾਦਲ ਸਾਹਿਬ ਨੇ ਬਣਾਏ, ਉਡਾਨ ਇੱਕ ਵੀ ਨਹੀਂ ਚੱਲਦੀ। ਸਾਰਾ ਪੰਜਾਬ ਰੋਜ਼ ਦਿੱਲੀ ਨੂੰ ਤੁਰਿਆ ਫਿਰਦਾ, ਅੱਧਾ ਪੰਜਾਬ ਉਡਾਰੀਆਂ ਭਰਦਾ ਫਿਰਦਾ, ਤੇ ਸਾਡੇ ਕੌਮਾਂਤਰੀ ਉਡਾਣਾ ਸ਼ੁਰੂ ਕਰਨ ਦੀ ਕੋਈ ਗੱਲ ਨਹੀਂ ਕਰਦਾ। ਤੇ ਕੌਮਾਂਤਰੀ ਉਡਾਣਾ 'ਚ ਆਮ ਲੋਕਾਂ ਦੇ ਬੱਚੇ ਨੇ ਜਿਹੜੇ ਜ਼ਮੀਨ ਵੇਚ ਕੇ ਗਏ ਨੇ, ਦਰਮਿਆਨੇ ਪਰਿਵਾਰਾਂ ਦੇ ਗਏ ਨੇ, ਮਾਂ-ਬਾਪ ਜਾਂਦੇ ਨੇ। 3-3 ਲੱਖ ਰੁਪਏ ਦੀ ਇੱਕ ਪਾਸੇ ਦੀ ਟਿਕਟ ਅੱਜ ਕੱਲ ਕੈਨੇਡਾ ਦੀ ਤੇ ਦੂਜੇ ਪਾਸੇ ਦੀ, ਜਾਣੀ ਜਿਹਦਾ ਬਹੁਤ ਸਿੱਧਾ ਫਾਇਦਾ ਹੋਣਾ। ਕੌਮਾਂਤਰੀ ਉਡਾਣਾ ਪੰਜਾਬ 'ਚ ਸ਼ੁਰੂ ਹੁਣ, ਵਾਹਗਾ ਬਾਰਡਰ ਖੋਲਿਆ ਜਾਵੇ। ਬੰਬੇ ਲਾਬੀ ਬਾਰਡਰ ਨਹੀਂ ਖੋਲਣ ਦੇ ਰਹੀ, ਜਿਹੜੀ ਦਿੱਲੀ ਲਾਬੀ ਉਹ ਕੌਮਾਂਤਰੀ ਉਡਾਣਾ ਨਹੀਂ ਉਡਣ ਦੇ ਰਹੀ, ਤੇ ਅਸੀਂ ਰੌਲਾ ਪਾ ਦਿੰਦੇ ਆ ਇਹ ਉੱਥੇ ਨੂੰ ਕਲਕੱਤੇ ਨੂੰ ਸ਼ੁਰੂ ਹੋ ਗਈ ਜੀ, ਨੰਦੇੜ ਸਾਹਿਬ ਨੂੰ ਸ਼ੁਰੂ ਹੋ ਗਈ ਜੀ। ਲੋਕਲ ਜਿਹੜੀ ਉਡਾਨ ਆ ਉਹ ਸ਼ੁਰੂ ਹੋਣ ਤੇ ਏਡਾ ਰੌਲਾ ਪਾ ਦਿੰਦੇ ਆ। ਕੌਮਾਂਤਰੀ ਉਡਾਨ ਜਿਵੇਂ ਕੇਰਲਾ 'ਚ ਬਹੁਤ ਵੱਡੀ ਪੱਧਰ ਤੇ, ਪੰਜਾਬ ਦਾ ਹੁਣ ਬਹੁਤ ਵੱਡੀ ਪੱਧਰ ਤੇ ਪ੍ਰਵਾਸ ਹੋਇਆ, ਬਹੁਤ ਜਾਣਾ ਪੈਂਦਾ ਲੋਕਾਂ ਨੂੰ ਬਾਹਰ। ਜਿਨ੍ਹਾਂ ਦੇ ਬੱਚੇ ਬਾਹਰ ਨੇ, ਕਦੇ ਮਾਤਾ ਚਲੀ ਗਈ, ਪਿਤਾ ਚਲਿਆ ਗਿਆ, ਬੱਚਿਆਂ ਦਾ ਆਉਣ ਜਾਣ ਤਾਂ ਚਲੋ ਆ ਕਰੋਨਾ ਕਰਕੇ ਹੁਣ ਘਟਿਆ ਹੋਇਆ ਉਸ, ਪਰ ਦੂਜੀ ਆਵਾਜਾਈ ਬਹੁਤ ਆ। ਸੋ ਇਹ ਦੋ ਮੁੱਦਿਆਂ ਨੂੰ ਨਾ ਸਿਆਸੀ ਪਾਰਟੀਆਂ ਤੇ ਨਾ ਹੀ ਕਿਸਾਨ ਯੂਨੀਅਨਾਂ ਛੋੜਨ ਨੂੰ ਤਿਆਰ ਨੇ, ਤੇ ਪੰਜਾਬ ਨੂੰ ਵਕਤੀ ਰਾਹਤ ਦੇਣ ਲਈ ਇਹ ਦੋਹੇ ਮੁੱਦੇ ਬਹੁਤ ਅਹਿਮੀਅਤ ਵਾਲੇ ਨੇ, ਜਿਨ੍ਹਾਂ ਨੇ ਪੰਜਾਬ ਦਾ, ਜਿਵੇਂ ਆਪਾਂ ਕਹਿੰਦੇ ਜਿਹੜੇ ਘਰ 'ਚ ਜਹਿਮਤ ਆ ਜੇ ਬਿਮਾਰੀ, ਉਹ ਘਰ ਪੱਟਿਆ ਜਾਂਦਾ। ਤੁਸੀਂ ਠੀਕ ਆ, ਤੁਹਾਡੇ ਬੱਚੇ ਬਾਹਰ ਨੇ, ਕਮਾਉਂਦੇ ਨੇ, ਪਰ ਤੁਹਾਡੇ ਪੱਲਿਓਂ ਦੁੱਗਣੇ ਤਿੱਗਣੇ ਰੇਟ ਖਰਚਣੇ ਤਾਂ ਪੈਂਦੇ ਨੇ ਨਾ ਜਦੋਂ ਤੁਸੀਂ ਬਾਹਰਲੇ ਦੇਸ਼ਾਂ 'ਚ ਜਾਂਦੇ ਹੋ ਜਾਂ ਆਉਂਦੇ ਹੋ। ਸੋ ਵਾਹਗਾ ਬਾਰਡਰ ਖੋਲਣ ਦੀ ਤੇ ਕੌਮਾਂਤਰੀ ਉਡਾਣਾਂ ਦੀ ਗੱਲ ਆ, ਇਹ ਬਹੁਤ ਅਹਿਮ ਆ, ਜਿਹਨੂੰ ਸਿਆਸੀ ਪਾਰਟੀ, ਕਿਉਂਕਿ ਬਾਰਡਰ ਉਹ ਤਾਂ ਹੁਣ ਗੱਲ ਰਹੀ ਨਹੀਂ ਜੀ ਪੁਰਾਣੀ ਵੀ ਇੱਥੇ ਕੌਮਾਂਤਰੀ ਸਰਹੱਦ ਨੇੜੇ ਆ ਜੀ, ਲੜਾਈ ਦਾ ਖਤਰਾ ਜੀ, ਹਵਾਈ ਅੱਡੇ ਦਾ ਫਲਾਨਾ। ਹੁਣ ਤਾਂ ਸਰਹੱਦ ਦਾ ਕਨਸੈਪਟ ਹੀ ਬਦਲ ਗਿਆ, ਲੜਾਈਆਂ ਦਾ ਕਨਸੈਪਟ ਹੀ ਬਦਲ ਗਿਆ। ਇਹ ਇਸ ਕਰਕੇ ਹੁਣ ਉਹ ਪੁਰਾਣੇ ਤਰਕ ਦੇ ਨਾਲ ਜਿਹੜੇ ਨਵੇਂ ਲਾਂਘੇ ਖੁੱਲਣੇ ਆ, ਉਹਨਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਜਿਹੜਾ ਰੋਕਿਆ ਹੋਇਆ ਇਹਦਾ ਪੰਜਾਬ ਨੂੰ ਬਹੁਤ ਵੱਡੀ ਕੀਮਤ ਤਾਰਨੀ ਪੈ ਰਹੀ ਆ। ਜੀ ਸੁਖਵਿੰਦਰ ਜੀ, ਇਹਨਾਂ ਮੁੱਦਿਆਂ ਦੇ ਉੱਤੇ ਨਜ਼ਰ ਜਿਹੜੀ ਹੈ ਮਾਲੀ ਸਾਹਿਬ, ਉਹ ਸੱਤਾਧਾਰੀ ਪਾਰਟੀ ਜੇ ਨਹੀਂ ਕੁਝ ਕਰਦੀ ਤਾਂ ਵਿਰੋਧੀਆਂ ਤੇ ਨਜ਼ਰ ਜਾਂਦੀ ਹੈ ਕਿ ਉਹ ਇਹਨਾਂ ਮੁੱਦਿਆਂ ਨੂੰ ਆਪਣੇ ਏਜੰਡੇ ਤੇ ਲੈ ਕੇ ਆਉਣਗੇ ਤੇ ਲੋਕਾਂ ਦੀ ਆਵਾਜ਼ ਬਣਨਗੇ। ਪਰ ਕਾਂਗਰਸ ਵੱਲ ਦੇਖ ਲਓ, ਕੱਲ ਤੋਂ ਉਹਨਾਂ ਦੀ ਭਾਰਤ ਜੋੜੋ ਯਾਤਰਾ ਸ਼ੁਰੂ ਹੋਣੀ ਹੈ। ਉਦੋਂ ਪਹਿਲਾਂ ਰਾਹੁਲ ਗਾਂਧੀ ਦੀ ਇੱਕ ਵੀਡੀਓ, ਜਿਹੜਾ ਉਹਨਾਂ ਨੇ ਮਹਿੰਗਾਈ ਵੇਲੇ ਭਾਸ਼ਣ ਦਿੱਤਾ, ਕਿਲੋਆਂ ਨੂੰ ਲੀਟਰ ਦੇ ਵਿੱਚ ਤੋਲਤਾ, ਤੇ ਉੱਥੇ ਹਾਸੋਹੀਣੀ ਸਥਿਤੀ ਤਾਂ ਬਣਦੀ ਹੈ ਕਿ ਜਿਹਨੂੰ ਤੁਸੀਂ ਪ੍ਰਧਾਨ ਮੰਤਰੀ ਦਾ ਚਿਹਰਾ ਬਣਾਉਣ ਦੇ ਲਈ ਜਦੋਜਹਿਦ ਕਰ ਰਹੇ ਹੋ, ਤੇ ਉਹਨੂੰ ਇਹੀ ਨਹੀਂ ਪਤਾ ਕਿ ਲੀਟਰ ਤੇ ਕਿਲੋ ਦੇ ਵਿੱਚ ਕੀ ਫਰਕ ਹੈ। ਫਿਰ ਦੂਜੀ ਗੱਲ ਇਹ ਵੀ ਆ ਕਿ ਜੇ ਇਹਨਾਂ ਮੁੱਦਿਆਂ ਨੂੰ ਨਹੀਂ ਸੰਬੋਧਿਤ ਕੀਤਾ ਜਾਏਗਾ, ਫਿਰ ਤੁਸੀਂ ਜਮਹੂਰੀਅਤ ਦੀ ਗੱਲ ਕਿੱਥੇ ਕਰਦੇ ਹੋ, ਫਿਰ ਤੁਸੀਂ ਲੋਕਤੰਤਰ ਦੀ ਗੱਲ ਕਿੱਥੇ ਕਰਦੇ ਹੋ, ਜੇ ਲੋਕਾਂ ਦੀ ਆਵਾਜ਼ ਹੀ ਨਹੀਂ ਬਣਨਾ, ਜੇ ਸਿਰਫ ਤੁਸੀਂ 2024 ਨੂੰ ਫੋਕਸ ਰੱਖ ਕੇ ਹੀ ਆਪਣੇ ਮਿਸ਼ਨ ਜਿਹੜੇ ਨੇ ਅੱਗੇ ਵਧਾਉਣੇ ਨੇ। ਉਹਦਾ ਕਾਰਨ ਇਹੀ ਹੈ ਸੁਖਵਿੰਦਰ ਜੀ, ਕਿਹਾ ਤਾਂ ਇਹ ਜਾਂਦਾ ਵੀ ਕਾਂਗਰਸ ਪਾਰਟੀ ਵਰਕਰਾਂ ਨਾਲੋਂ ਕਨੈਕਟ ਟੁੱਟ ਗਿਆ, ਅਸੀਂ ਉਹਨਾਂ ਨੂੰ ਜੋੜਨਾ। ਕਨੈਕਟ ਕਿਉਂ ਟੁੱਟ ਗਿਆ? ਕਿਉਂਕਿ ਜੋ ਧਰਾਤਲ ਦੀ ਹਾਲਤ ਆ, ਜੋ ਸਮਾਜਿਕ ਹਾਲਤ ਆ, ਜੋ ਆਰਥਿਕ ਹਾਲਤ ਆ, ਜੋ ਉਹਦੀਆਂ ਲੋੜਾਂ ਨੇ, ਉਹਨਾਂ ਨੂੰ ਤੁਸੀਂ ਸੰਬੋਧਨ ਨਹੀਂ ਹੋ ਰਹੇ। ਜਦੋਂ ਉਹਨਾਂ ਨੂੰ ਸੰਬੋਧਨ ਨਹੀਂ ਹੋ ਰਹੇ ਤਾਂ ਤੁਹਾਡਾ ਸਮਾਜਿਕ ਹਕੀਕਤ ਨਾਲ ਕਨੈਕਟ ਟੁੱਟ ਜਾਂਦਾ। ਰਾਹੁਲ ਗਾਂਧੀ ਨੇ ਇੱਕ ਬੜੀ ਵਧੀਆ ਸਪੀਚ ਦਿੱਤੀ ਸੀ ਫੈਡਰਲ ਢਾਂਚੇ ਬਾਰੇ ਰਾਸ਼ਟਰਪਤੀ ਦੇ ਭਾਸ਼ਣ ਤੇ, ਜਿਹਦੇ ਵਿੱਚ ਉਹਨੇ ਕਿਹਾ ਸੀ ਇੰਡੀਆ ਇਜ਼ ਨਾਟ ਏ ਨੇਸ਼ਨ, ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। ਅਸੀਂ ਰਾਜਾਂ ਦੇ ਹੱਕ ਨਹੀਂ ਖੋ ਸਕਦੇ। ਪਰ ਉਹ ਬਿਆਨ ਉੱਥੇ ਤੱਕ ਬਿਆਨ ਰਹਿ ਗਿਆ, ਮੁੜ ਕੇ ਤੁਰਿਆ ਨਹੀਂ। ਹੁਣ ਰਾਹੁਲ ਗਾਂਧੀ ਆ ਜਿਹੜਾ ਨਵਾਂ ਵਰਤਾਂਤ ਸਿਰਜ ਰਿਹਾ ਜੋੜਨ ਦਾ, ਭਾਰਤ ਜੋੜੋ ਨਫ਼ਰਤ ਛੋੜੋ। ਭਾਰਤ ਗਿਆ ਕਿੱਧਰ ਆ ਜੀ? ਕੀ ਜੋੜਨਾ ਚਾਹੁੰਦੇ ਹੋ? ਜਿਹੜੇ ਜੋੜ ਰਹੇ ਨੇ ਭਾਰਤ ਨੂੰ, ਜਾਂ ਤਾਂ ਉਦੋਂ ਅੱਡ ਨੀਤੀ ਲੈ ਕੇ ਆਓ ਤੁਸੀਂ। ਉਹ ਤਾਂ ਕਹਿੰਦੇ ਨੇ ਅਸੀਂ ਫੁੱਲਾਂ ਦਾ ਗੁਲਦਸਤਾ ਨਹੀਂ ਰਹਿਣ ਦੇਣਾ, ਭਗਵੀ ਚਟਣੀ ਬਣਾਉਣੀ ਆ। ਜਾਂ ਤਾਂ ਉਹਦਾ ਬਦਲ ਤੁਸੀਂ ਸਾਡੇ ਸਾਹਮਣੇ ਲੈ ਕੇ ਆਓ। ਕਿਹੜਾ ਭਾਰਤ ਕਿੱਥੋਂ ਟੁੱਟ ਗਿਆ? ਜਿਹੜਾ ਉਹ ਭਗਵੀ ਚਟਣੀ ਬਣਾ ਰਹੇ ਨੇ ਫੁੱਲਾਂ ਦੇ ਗੁਲਦਸਤੇ ਦੀ, ਉਹ ਆ ਭਾਰਤ ਤੋੜਨ ਵਾਲੀ। ਤੁਸੀਂ ਫੁੱਲਾਂ ਦੇ ਗੁਲਦਸਤੇ ਦਾ ਇੱਕ ਭਾਸ਼ਣ ਦੇ ਕੇ ਮੁੜ ਕੇ ਉਹਦਾ ਸਿਆਸਤ ਦੇ ਵਿੱਚ ਅਨੁਵਾਦ ਕਿਤੇ ਵਿਖਾਈ ਨਹੀਂ ਦਿੰਦਾ। ਤੇ ਜੋਗਿੰਦਰ ਯਾਦਵੁਰੀਆਂ ਜਿਹੜੇ, ਉਹ ਹੁਣ ਇਹ ਭਾਰਤ ਜੋੜੋ ਦੇ ਸਾਰਥੀ ਬਣ ਗਏ। ਮੈਂ ਹੈਰਾਨ ਆ
ਜੋਗਿੰਦਰ ਯਾਦਵ ਨੂੰ ਕਿਸੇ ਨੇ ਸਵਾਲ ਪੁੱਛਿਆ ਪੁਰਾਣੀ ਸਿਆਸਤ ਨੂੰ ਲੈ ਕੇ ਵੀ ਜੇ ਗਾਂਧੀ ਜੀ ਉਹ ਹਿੰਦੂਇਜ਼ਮ ਦੇ ਚਿੰਨ੍ਹ ਨਾ ਵਰਤਦੇ, ਉਹਨਾਂ ਨੂੰ ਨਾ ਲੈਂਦੇ, ਰਾਮ ਰਾਜ ਦੀ ਗੱਲ ਨਾ ਕਰਦੇ, ਤਾਂ ਜਿਹੜੀ ਦੋ ਕੌਮਾਂ ਦਾ ਫਿਰਕੂ ਸਿਧਾਂਤ ਆ ਇਹਨੇ ਵੰਡ ਨਹੀਂ ਹੋਣਾ ਸੀ। ਤੇ ਯਾਦਵ ਦਾ ਬਿਆਨ ਦਿਲਚਸਪ ਸੁਣੋ, ਕਹਿੰਦਾ ਜੇ ਉਹ ਚਿੰਨ੍ਹ ਨਾ ਵਰਤਦੇ ਤਾਂ ਆਜ਼ਾਦੀ ਦਾ ਸੰਘਰਸ਼ ਹੀ ਨਹੀਂ ਪੈਦਾ ਹੋਣਾ ਸੀ। ਕਿਉਂ ਜੋਗਿੰਦਰ ਯਾਦਵ ਵੀ ਹੁਣ ਜਿਹੜਾ ਉਹਦਾ ਕਨਸੈਪਟ ਸੀ ਰਾਸ਼ਟਰਵਾਦ ਦਾ, ਉਹਨੂੰ ਬਦਲ ਕੇ ਉਹ ਵੀ ਹਿੰਦੂ ਮਿੱਥ ਤਿੱਥ ਤਿਉਹਾਰਾਂ ਤੇ ਆ ਗਿਆ। ਕਹਿੰਦਾ ਵੀ ਉਹ ਸਿੰਬਲ ਆ ਸਾਨੂੰ ਵਰਤਣੇ ਚਾਹੀਦੇ ਆ, ਜਿਵੇਂ ਹਨੂਮਾਨ ਦਾ ਕੇਜਰੀਵਾਲ ਵਰਤਣ ਲੱਗ ਗਿਆ ਰਾਮ ਜੀ ਦੇ ਸਾਹਮਣੇ। ਹੁਣ ਉਹ ਸੁਭਾਸ਼ ਚੰਦਰ ਬੋਸ ਜੈ ਹਿੰਦ ਮਤਲਬ ਉਹ ਜਿਹੇ ਪ੍ਰਵਚਨ ਆ ਜਿਹੜਾ ਉਹ ਸਾਹਮਣੇ ਲਿਆ ਰਿਹਾ। ਕਿਸਾਨ ਅੰਦੋਲਨ ਤੋਂ ਉਹਨੇ ਅਸਤੀਫਾ ਦਿੱਤਾ ਤੇ ਹੁਣ ਰਾਹੁਲ ਗਾਂਧੀ ਦੀ ਜੋੜੋ ਮੁਹਿੰਮ ਦੇ ਵਿੱਚ ਉਹੀ ਰਾਸ਼ਟਰਵਾਦ ਨਵੇਂ ਰੂਪ ਦੇ ਵਿੱਚ। ਅਸਲੀ ਸਮੱਸਿਆਵਾਂ ਦੇਖੋ, ਕਿੰਨਾ ਚਿਰ ਉਹ ਕਾਂਗਰਸ ਦੇ ਖਿਲਾਫ ਬੋਲਦਾ ਰਿਹਾ, ਕਿੰਨੇ ਸਾਲਾਂ ਤੋਂ। ਹੁਣ ਮੁੜ ਕੇ ਫਿਰ ਉਹਦੀ ਕਹਿੰਦਾ ਜਨ ਅੰਦੋਲਨ ਨੇ ਜਿਹੜੇ ਅਸੀਂ ਰਾਹੁਲ ਦੇ ਨਾਲ ਜੋੜਨੇ ਨੇ, ਪਰ ਉਹ ਮੁੱਦੇ ਕੌਣ ਜੋੜੂ? ਐਂ ਤਾਂ ਆਪਣੇ ਝਾਰਖੰਡ ਨਹੀਂ, ਤੇਲੰਗਾਨਾ ਦੇ ਮੁੱਖ ਮੰਤਰੀ ਕੀ ਆ ਨਾਮ ਉਹਨਾਂ ਦਾ, ਕੇ.ਸੀ. ਰਾਮਾ ਰਾਓ, ਉਹਨੇ ਪਿਛਲੇ ਦਿਨਾਂ 'ਚ ਮੀਟਿੰਗ ਸੱਦੀ ਆ, ਰਾਜੇਵਾਲ ਸਾਹਿਬ ਵੀ ਗਏ ਸੀ, ਪਰ ਫੈਡਰਲ ਢਾਂਚੇ ਦੀ ਗੱਲ ਕੋਈ ਨਹੀਂ ਕਰਦਾ, ਰਾਜਾਂ ਦੇ ਅਧਿਕਾਰਾਂ ਦੀ ਗੱਲ ਕੋਈ ਨਹੀਂ ਕਰਦਾ। ਭਾਜਪਾ ਵਿਰੋਧੀ ਮੁਹਿੰਮ ਚਲਾਉਣ ਨੂੰ ਤਾਂ ਹਰ ਇੱਕ ਤਿਆਰ ਆ, ਪਰ ਜਿਹੜੀ ਗੱਲ ਕਰਕੇ ਭਾਰਤ ਨਫ਼ਰਤ ਉਹ ਫੈਲਾ ਰਹੀ ਆ ਉਹ ਤੇ ਉਂਗਲ ਧਰਨ ਨੂੰ ਕੋਈ ਤਿਆਰ ਨਹੀਂ। ਇਸ ਕਰਕੇ ਠੀਕ ਆ, ਕਾਂਗਰਸ ਇੱਕ ਬਹੁਤ ਵੱਡੀ ਪਾਰਟੀ ਆ, ਵਿਰੋਧੀ ਪਾਰਟੀਆਂ ਦੀ ਏਕਤਾ ਹੋਣੀ ਚਾਹੀਦੀ ਆ, ਪਰ ਜਿਹੜੇ ਰਾਹ ਤੇ ਤੁਹਾਨੂੰ ਤੁਰਦਿਆਂ ਨੂੰ ਉਹਨੇ ਤੁਹਾਡੇ ਪੈਰ ਉਖੇੜੇ ਨੇ, ਉਸੇ ਰਾਹ ਤੇ ਖੜ ਕੇ ਤੁਸੀਂ ਮੋਦੀ ਨਾਲ ਕਿਵੇਂ ਲੜ ਲਓਗੇ? ਇਹ ਵੱਖਰੀ ਗੱਲ ਆ ਵੀ ਮੋਦੀ ਦੇ ਪੈਰਾਂ ਹੇਠੋਂ ਵੀ ਮਿੱਟੀ ਖਿਸਕ ਰਹੀ ਆ ਵੱਡੀ ਪੱਧਰ ਤੇ, ਕੋਈ ਦੋ ਰਾਵਾਂ ਨਹੀਂ ਉਹਨਾਂ ਦੇ ਵਿੱਚ ਉਹ ਆ, ਪਰ ਉਹਦਾ ਕੋਈ ਸਾਰਥਕ ਬਦਲ ਸਾਹਮਣੇ ਆਉਣ ਦੀ ਥਾਂ ਉਹੀ ਗਰੰਟੀਆਂ ਵਾਲੀ ਰਾਜਨੀਤੀ, ਮਤਲਬ ਜੋੜੋ ਨਫ਼ਰਤ ਛੋੜੋ ਵਾਲੀ ਰਾਜਨੀਤੀ। ਨਫ਼ਰਤ ਤਾਂ ਪੈਦਾ ਕੀਤੀ ਆ ਜਦੋਂ ਤੁਸੀਂ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਪੈਦਾ ਕਰਨ ਲੱਗ ਗਏ, ਜਦੋਂ ਤੁਸੀਂ ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰਤੀ, ਜਦੋਂ ਤੁਸੀਂ NCRA ਕਾਨੂੰਨ ਬਣਾਉਣ ਲੱਗ ਗਏ, ਜਦੋਂ ਗਊ ਵਾਲਾ ਮਸਲਾ ਤੁਸੀਂ ਲਿਆਂਦਾ, ਮਾਸ ਵਾਲਾ ਮਸਲਾ ਤੁਸੀਂ ਲਿਆਂਦਾ, ਨਫ਼ਰਤ ਤਾਂ ਪੈਦਾ ਹੋਈ ਆ। ਉਹਨਾਂ ਮੁੱਦਿਆਂ ਬਾਰੇ ਆਪਣੀ ਸਮਝ ਸਾਹਮਣੇ ਲੈ ਕੇ ਆਓ ਜੋ ਵੀ ਕਰਨੀ ਹੈ। ਸੋ ਇਸ ਕਰਕੇ ਭਾਜਪਾ ਦਾ ਬਦਲ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਪਾਰਟੀਆਂ ਦੇ ਪੈਰ ਉਖੜੇ ਹੋਏ ਨੇ, ਕਿਤੇ ਲੱਗ ਨਹੀਂ ਰਹੇ ਜਿਵੇਂ ਮੈਨੂੰ ਲੱਗਦਾ, ਕਿਉਂਕਿ ਇਹਦਾ ਰਾਜਨੀਤੀ ਦਾ ਬਦਲ ਚਾਹੀਦਾ, ਸਿਆਸੀ ਬਦਲ ਚਾਹੀਦਾ। ਬੰਦੇ ਬਦਲ ਨਾਲ ਮਸਲੇ ਹੱਲ ਨਹੀਂ ਹੋਣਗੇ। ਆਪਾਂ ਪਹਿਲਾਂ ਵੀ ਕਈ ਵਾਰ ਇਹ ਤੇ ਗੱਲ ਕੀਤੀ ਆ। ਜੀ ਸੁਖਵਿੰਦਰ ਮਾਲੀ ਸਾਹਿਬ, ਆਖਰੀ ਸਵਾਲ ਕਿ ਬੇਅਦਬੀ ਦਾ ਮਸਲਾ ਪੰਜਾਬ ਦੇ ਵਿੱਚ ਬਾਈਬਲ ਕਲਾਂ ਕਾਂਡ ਦੀ ਜਿਹੜੀ SIT ਬਣੀ ਸੀ, ਉਹਨੇ ਸੁਖਬੀਰ ਬਾਦਲ ਨੂੰ ਅੱਜ ਪੇਸ਼ੀ ਤੇ ਸੱਦਿਆ ਹੋਇਆ ਤੇ ਉਹ ਪਹੁੰਚੇ ਹੋਏ ਨੇ ਉੱਥੇ। ਬਿਕਰਮ ਸਿੰਘ ਮਜੀਠੀਆ ਦਾ ਮੈਂ ਬਿਆਨ ਸੁਣ ਰਿਹਾ ਸੀ ਜੀ, ਜੋ ਕਹਿੰਦੇ ਨੇ ਕਿ ਜੇ ਤੁਸੀਂ ਗ੍ਰਹਿ ਮੰਤਰੀ ਤੇ ਸਵਾਲ ਚੁੱਕਦੇ ਹੋ ਤੇ ਦੇਸ਼ ਭਰ ਦੇ ਵਿੱਚ ਜਿੰਨੇ ਵੀ ਸੂਬਿਆਂ ਦੇ ਗ੍ਰਹਿ ਮੰਤਰੀ ਨੇ, ਜਦੋਂ ਉੱਥੇ ਕੋਈ ਘਟਨਾਵਾਂ ਵਾਪਰਦੀਆਂ ਫਿਰ ਸਿੱਧੇ ਤੌਰ ਤੇ ਉਹ ਜ਼ਿੰਮੇਵਾਰ ਉਹਨਾਂ ਨੂੰ ਚੱਕੋ, ਮਤਲਬ ਕਿ ਤੁਸੀਂ ਗ੍ਰਹਿ ਮੰਤਰੀ ਤੇ ਉਂਗਲ ਨਹੀਂ ਚੁੱਕ ਸਕਦੇ। ਫਿਰ ਉਹ ਕਹਿੰਦੇ ਕਿ ਜੇ ਭਗਵੰਤ ਮਾਨ ਦੀ ਗੱਲ ਕਰਦੇ ਹੋ ਤਾਂ ਸਿੱਧੂ ਮੂਸੇਵਾਲੇ ਦਾ ਜੇ ਕਤਲ ਹੁੰਦਾ ਹੈ ਤੇ ਭਗਵੰਤ ਮਾਨ ਗ੍ਰਹਿ ਮੰਤਰੀ ਨੇ, ਕੱਲ ਨੂੰ ਫਿਰ ਸੂਈ ਜਿਹੜੀ ਆ ਇਹਨਾਂ ਵੱਲ ਵੀ ਆਊਗੀ, ਫਿਰ ਤਾਂ ਇਹਨਾਂ ਦੀ ਵੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਮਤਲਬ ਬਚਾਅ ਕੀਤਾ ਜਾ ਰਿਹਾ। ਸੁਖਬੀਰ ਬਾਦਲ ਕਹਿੰਦੇ ਨੇ ਕਿ ਪ੍ਰੋਪੇਗੰਡਾ ਆ, ਸਿਆਸੀ ਤੌਰ ਦੇ ਉੱਤੇ ਉਹਨਾਂ ਨੂੰ ਨੁਕਰੇ ਲਾਉਣ ਲਈ ਸਾਰਾ ਕੁਝ ਕੀਤਾ ਜਾ ਰਿਹਾ। ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੇਅਦਬੀ ਹੋਈ ਆ, ਬੜਾ ਵੱਡੇ ਮਸਲੇ ਵਜੋਂ ਉੱਭਰਿਆ, ਉਦੋਂ ਦਾ ਅਕਾਲੀਆਂ ਦਾ ਰਾਜ ਸੀ ਨਾ ਜੀ। ਇਹੀ ਮੁੱਖ ਮੰਤਰੀ, ਇਹੀ ਗ੍ਰਹਿ ਮੰਤਰੀ, ਇਹੀ ਡਿਪਟੀ ਮੁੱਖ ਮੰਤਰੀ ਸੀ। ਇਹ ਨਤਾਰ ਦਿੰਦੇ, ਇਹਨਾਂ ਨੇ FIR ਲਿਖੀ ਅਣਪਛਾਤੀ ਪੁਲਿਸ। ਇਹਨਾਂ ਨੇ ਜੇ ਕੋਈ ਵੀ ਜ਼ਿੰਮੇਵਾਰ ਆ, ਕਿਹੜੇ ਹੱਦ ਤੱਕ ਜ਼ਿੰਮੇਵਾਰ ਆ, ਇਹ ਗੱਲ ਨੂੰ ਨਤਾਰ ਦਿੰਦੇ। ਇਹਨਾਂ ਨੇ ਵੀ ਅਸਲ 'ਚ ਬੇਅਦਬੀ ਲਈ ਇਨਸਾਫ ਦੀ ਸਿਆਸਤ ਹੋਣ ਦੀ ਥਾਂ ਵੋਟਾਂ ਦੀ ਸਿਆਸਤ ਹੋਈ ਆ। ਉਹਨਾਂ ਨੇ ਵੀ ਕੀਤੀ ਆ, ਕਾਂਗਰਸ ਨੇ ਵੀ ਕੀਤੀ ਆ ਤੇ ਆਮ ਆਦਮੀ ਪਾਰਟੀ ਵੀ ਕਰ ਰਹੀ ਆ। ਜਿਹੜੇ ਕਹਿੰਦੇ ਸੀ ਸਾਰਾ ਕੁਝ ਨਿਤਰਿਆ ਪਿਆ, ਕਮਰ ਵਿਜੇ ਪ੍ਰਤਾਪ ਨੂੰ ਬਰਾਬਰ ਖੜਾ ਕੇ ਕਹਿੰਦੇ ਸੀ 24 ਘੰਟਿਆਂ ਚਾਹੇ ਹੋ ਜੂ, 7 ਦਿਨਾਂ ਚਾਹੇ ਹੋ ਜੂ, 3 ਮਹੀਨੇ 'ਚ ਨਸ਼ੇ ਬੰਦ ਹੋ ਜਾਣਗੇ। ਹੁਣ ਤਾਂ ਜਿਵੇਂ ਮੋਦੀ ਦੀਆਂ ਪੁਰਾਣੀਆਂ ਵੀਡੀਓ ਨਾ ਜੀ, ਜਦੋਂ ਉਹ ਬੋਲਦਾ ਹੁਣ ਉਹ ਪੁਰਾਣੀਆਂ ਵੀਡੀਓ ਕੱਢ ਕੇ ਉਹਨਾਂ ਦੇ ਸਾਹਮਣੇ ਲਿਆ ਕੇ ਰੱਖ ਦਿੰਦੇ ਆ। ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਉਹੀ ਹਾਲ ਹੋਣ ਲੱਗ ਗਿਆ। ਜਿਹੜਾ ਵੀ ਮਸਲਾ ਹੁੰਦਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਪਹਿਲੀ ਵੀਡੀਓ ਸਾਹਮਣੇ ਲਿਆ ਕੇ ਰੱਖ ਦਿੰਦੇ ਆ। ਤੁਸੀਂ ਦੱਸੋ ਜੀ ਦੋਹਾਂ ਚੋਂ ਕੀ ਆ? ਸੋ ਇਸ ਕਰਕੇ ਇਹਨਾਂ ਮਸਲਿਆਂ ਬਾਰੇ ਇੱਕ ਸਹੀ ਸਮਝ ਅਪਣਾਉਣ ਦੀ ਲੋੜ ਆ। ਇਨਸਾਫ ਕੋਈ ਵੀ ਜ਼ਿੰਮੇਵਾਰ, ਜਦੋਂ ਤੁਸੀਂ ਇਨਸਾਫ ਦੀ ਸਿਆਸਤ ਕਰਨ ਦੀ ਥਾਂ ਤੁਸੀਂ ਕਹਿੰਦੇ ਮੈਂ ਮਜੀਠੀ ਨੂੰ ਅੰਦਰ ਕਰ ਦੂੰ, ਉਹ ਕਹਿੰਦਾ ਮੈਂ ਡਿਪਟੀ CM ਨੂੰ ਕਰ ਦੂੰ। ਸਾਡਾ ਬੰਦਿਆਂ ਨੂੰ ਅੰਦਰ ਕਰਨ ਨਾਲੋਂ ਇਨਸਾਫ ਦੀ ਸਿਆਸਤ ਦੀ ਲੋੜ ਆ।
ਉਹਦੇ ਵਿੱਚ ਜਿਹੜਾ ਜਿੰਨਾ ਵੀ ਦੋਸ਼ੀ ਆ ਉਹਨੂੰ ਉਨੀ ਸਜ਼ਾ ਮਿਲਣੀ ਚਾਹੀਦੀ ਆ। ਅਸੀਂ ਪਹਿਲਾਂ ਮਸਲੇ ਨੂੰ ਪੇਸ਼ ਸਿਆਸੀ ਤੌਰ ਤੇ ਕਰਦੇ ਹਾਂ ਵੀ ਅਸੀਂ ਤੇ ਉਹਦਾ ਲਾਹਾ ਵੀ ਲੈਂਦੇ ਆ ਵੋਟਾਂ 'ਚ। ਸੋ ਇਹ ਮਸਲੇ ਨੇ ਜਿਹੜੇ ਇਹਨਾਂ ਪ੍ਰਤੀ ਮੈਨੂੰ ਇਹ ਲੱਗਦਾ ਸਾਨੂੰ ਆਪਣੀ ਸਮਝ ਵੀ ਮੁੜਨ ਤਾਰਨ ਦੀ ਲੋੜ ਆ, ਕਿਉਂਕਿ ਹੁਣ ਇਸ ਹਿਸਾਬ ਤੱਕ ਪਤਾ ਲੱਗ ਗਿਆ, ਸਿੱਖਾਂ ਦਾ ਮਾਨਸਿਕ ਸਤਰ ਬਦਲਤਾ। ਉਹਨਾਂ ਨੂੰ ਇਹ ਪਤਾ ਵੀ ਆ ਇੱਕ ਮਾੜੀ ਜਿਹੀ ਗੱਲ ਕਰ ਦੋ ਇਹ ਤੇ ਸਿੱਖ ਭੜਕ ਜਾਣਗੇ ਜਾਂ ਸਾਰੀਆਂ ਗੱਲਾਂ ਛੱਡ ਕੇ ਦੂਜੇ ਪਾਸੇ ਪੈ ਜਾਣਗੇ। ਹੁਣ ਤੁਸੀਂ ਦੇਖ ਲਓ ਨਿਹੰਗਾਂ ਦਾ ਈਸਾਈਆਂ ਨਾਲ ਟਕਰਾ, ਆ ਕਿਧਰੋਂ ਨਵੀਂ ਗੱਲ ਆ ਗਈ, ਗਾਵਾਂ ਵਾਲੇ ਬਾਬੇ ਨਿਹੰਗ ਗਾਵਾਂ ਪਾਲਣ ਲੱਗ ਗਏ। ਇਹ ਕਿਹੜੀ ਪਰੰਪਰਾ ਜੀ? ਤੇ ਲੋਕ ਕਹਿੰਦੇ ਇਹ ਬਾਗਾ ਜਿਹੜਾ ਸਾਡੇ ਸਾਰੇ ਕਿਸੇ ਨੂੰ ਉਜਾੜ ਰਿਹਾ। ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਜੀ ਕਿਹੜੇ ਪਾਸੇ ਨੂੰ ਗੱਲਾਂ ਤੋਰੀਆਂ ਜਾ ਰਹੀਆਂ ਨੇ। ਸੋ ਸਾਨੂੰ ਗੁਰੂ ਨਾਨਕ ਦੇ ਫਲਸਫੇ ਦੇ ਅਨੁਸਾਰ, ਸਿੱਖੀ ਸਿਧਾਂਤਾਂ ਅਨੁਸਾਰ ਜਾਂ ਮੁਲਕ ਦੇ ਸਥਾਪਿਤ ਕਾਨੂੰਨ ਅਨੁਸਾਰ ਇਹਨਾਂ ਮਸਲਿਆਂ ਬਾਰੇ ਜਜ਼ਬਾਤੀ ਪਹੁੰਚ ਤਿਆਗ ਕੇ ਇਨਸਾਫ ਦੀ ਤੇ ਸਹੀ ਪਹੁੰਚ ਅਪਣਾਉਣੀ ਚਾਹੀਦੀ ਆ। ਸਹੀ ਪ੍ਰਤੀਕਰਮ ਪ੍ਰਗਟ ਕਰਨਾ ਚਾਹੀਦਾ, ਨਹੀਂ ਕਿ ਆ ਸਾਨੂੰ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਨੇ ਉਲਝਾਈ ਰੱਖਣਾ, ਨਾ ਇਹਨਾਂ ਨੇ ਇਨਸਾਫ ਦੇਣਾ। ਦੂਜੇ ਪਾਸੇ ਮਾਮਲਿਆਂ 'ਚ ਇਹ ਲੁੱਟ ਖਸੁੱਟ ਕਰੀ ਜਾਂਦੇ ਨੇ ਵੱਡੀ ਪੱਧਰ ਤੇ। ਉਹੀ ਨੀਤੀ ਸ਼ਰਾਬ ਦੀ ਜਿਹੜੀ ਦਿੱਲੀ ਬਦਲੀ ਆ ਉਹ ਪੰਜਾਬ 'ਚ ਲਾਗੂ ਕਰਤੀ। ਉਹੀ ਰੇਤਾ 45 ਰੁਪਏ ਫੁੱਟ ਤੁਰਿਆ ਫਿਰਦਾ, ਕੋਈ ਜਵਾਬ ਨਹੀਂ ਕਿਸੇ ਗੱਲ ਦੀ ਹੈ ਹੀ ਨਹੀਂ। ਸੋ ਇਸ ਕਰਕੇ ਤਾਂ ਲੋਕਾਂ ਨੂੰ ਸਿਆਣੇ ਹੋਣ ਦੀ ਲੋੜ ਆ, ਜਾਗਰੂਕ ਹੋਣ ਦੀ ਲੋੜ ਆ, ਚੇਤਨ ਹੋਣ ਦੀ ਲੋੜ ਆ। ਠੀਕ ਆ, ਲੋਕ ਜਾਗੇ ਨੇ, ਮੰਗਦੇ ਨੇ ਜਵਾਬਦੇਹੀ। ਸੰਗਰੂਰ 'ਚ ਉਹਨਾਂ ਨੇ ਦਿਖਾਤਾ ਇੱਕ ਜਲਵਾ। ਸੋ ਇਸ ਕਰਕੇ ਪਰ ਲੋਕਾਂ ਨੂੰ ਸਹੀ ਸਿਆਸਤ ਤੇ ਲਾਮਬੰਦ ਹੋਣ ਦੀ ਲੋੜ ਆ ਤਾਂ ਕਿ ਇਹਨਾਂ ਸਾਰੇ ਮਸਲਿਆਂ ਬਾਰੇ ਇੱਕ ਸੰਤੁਲਿਤ ਪਹੁੰਚ ਬਣਾਈ ਜਾਵੇ ਤੇ ਲੋਕਾਂ ਦੇ ਜਿਹੜੇ ਬੁਨਿਆਦੀ ਮਸਲੇ ਨੇ, ਇਹ ਵੀ ਬੁਨਿਆਦੀ ਮਸਲਾ, ਮੈਂ ਇਹ ਨਹੀਂ ਕਹਿੰਦਾ ਵੀ ਬੇਅਦਬੀ ਦਾ ਕੋਈ ਮਸਲਾ ਨਹੀਂ, ਕਿੱਡਾ ਵੱਡਾ ਅਸਰ ਪਾਇਆ। ਦੂਜੇ ਮਸਲਿਆਂ ਨੂੰ ਜਿਹੜੇ ਲੋਕਾਂ ਦਾ ਖੂਨ ਨਿਚੋੜ ਰਹੇ ਨੇ ਉਹਨਾਂ ਨੂੰ ਵੀ ਸਾਹਮਣੇ ਲਿਆ ਕੇ ਇਹਨਾਂ ਨੂੰ ਜਵਾਬਦੇਹ ਬਣਾਉਣ ਵੱਲ ਤੁਰਨਾ ਚਾਹੀਦਾ। ਜੀ ਸੁਖਵਿੰਦਰ। ਸ਼ੁਕਰੀਆ ਮਾਲੀ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ।